ਸਤਨਾਮ। ਵਾਹਿਗੁਰੂ ਸਾਹਿਬ ਜੀਓ। ਕੱਚੋਂ ਕੰਚਨ ਭਇਓ, ਸ਼ਬਦ ਗੁਰ ਸਰਵਣ ਹੈ ਸੁਣਿਓ। ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤ ਗੁਰਮੁਖ ਭਣਿਓ। ਲੋਇਓ ਹੋਇਓ ਲਾਲ, ਨਦਰ ਸਤ ਗੁਰ ਜਦ ਧਾਰੈ। ਪਾਹਨ ਮਾਨਿਕ ਕਰੈ, ਗਿਆਨ ਗੁਰ ਕਹਿਓ ਵਿਚਾਰੈ। ਕਾਠੋਂ ਸ੍ਰੀ ਖੰਡ ਸਤਿਗੁਰ ਕੀਓ, ਦੁਖ ਦਰਿਦਰ ਤਿਨ ਕੇ ਗਏ। ਸਤਿਗੁਰ ਚਰਨ ਜਿਨ ਪਰਸਿਆ, ਸੇ ਪਸ਼ ਪ੍ਰੇਤ ਸੁਰ ਨਰ ਭਏ। ਸਤਿਗੁਰ ਚਰਨ ਜਿਨ ਪਰਸਿਆ, ਸੇ ਪਸ਼ ਪ੍ਰੇਤ ਸੁਰ ਨਰ ਭਏ। ਗੁਰੂ ਗਰੀਬ ਨਿਵਾਜ ਚਵਰ ਛਤਰ ਤਖਤ ਦੇ ਮਾਲਕ, ਗੁਰਤਾ ਗੱਦੀ ਤੇ ਬਿਰਾਜਮਾਨ, ਸ਼ਬਦ ਗੁਰੂ ਸ਼ਬਦ ਗੁਰ ਪੀਰਾ, ਗਹਿਰ ਗੰਭੀਰਾ ਬਿਨ ਸ਼ਬਦੈ ਜਗ ਬੌਰਾਨੰਗ। ਹਲਤ ਪਲਤ ਦੇ ਰੱਖਿਅਕ, ਸਰਬ ਸਾਂਝੀਵਾਲਤਾ ਦੇ ਪ੍ਰਤੀਕ, ਮਨੁੱਖਤਾ ਦੇ ਰਹਿਬਰ, ਜੁਗੋ ਜੁਗ ਅਟਲ ਸਤਿਗੁਰੂ ਧੰਨ 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 ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਓ। ਸਤਿਗੁਰਾਂ ਦੀ ਮੁਬਾਰਕ ਪਵਿੱਤਰ ਪਾਵਨ ਹਜ਼ੂਰੀ ਅੰਦਰ ਸੁਭਾਇਮਾਨ ਜੁੜ ਮਿਲ ਬੈਠੇ ਪਿਆਰੇ ਸਤ ਸੰਗੀ ਜਨੋ, ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕਿਰਪਾ ਮਿਹਰਮਤ ਕੀਤੀ ਹੈ, ਤਰਸ ਕੀਤਾ ਹੈ, ਜਿਸ ਦਾ ਸਦਕਾ ਧੰਨ ਬਾਲਾ ਪ੍ਰੀਤਮ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਇਤਿਹਾਸਿਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹਾਜ਼ਰੀ ਭਰਨ ਦਾ ਵਡਮੁੱਲਾ ਬੇਸ਼ਕੀਮਤੀ ਸਮਾਂ ਪ੍ਰਾਪਤ ਹੋਇਆ ਹੈ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਪਾਵਨ ਚਰਨਾਂ 'ਚ ਬੈਠ ਕਰਕੇ ਗੁਰੂ ਕੀ ਪਵਿੱਤਰ ਬਾਣੀ ਸਰਵਣ ਕਰ, ਗੁਰੂ ਕਾ ਪਵਿੱਤਰ ਉਪਦੇਸ਼ ਸਰਵਣ ਕਰ। ਆਪ ਜੀ ਆਪਣੇ ਵਡਮੁੱਲੇ ਬੇਸ਼ਕੀਮਤੀ ਜੀਵਨ ਨੂੰ, ਸਮੇਂ ਨੂੰ, ਸਵਾਸਾਂ ਨੂੰ ਸਫਲਾ ਕਰਨ ਦਾ ਸਫਲ ਯਤਨ ਕਰ ਰਹੇ ਹੋ। ਹੁਣੇ ਆਪ ਜੀ ਨੇ ਗੁਰੂ ਪਿਆਰਿਆਂ ਪਾਸੋਂ ਆਸਾ ਜੀ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਹਨ। ਹੁਣ ਸਮਾਂ ਹੈ ਗੁਰ ਸ਼ਬਦ ਵਿਚਾਰ ਦਾ। ਅਤੀ ਸਤਿਕਾਰਯੋਗ ਗਿਆਨੀ ਜੀ ਹੁਣਾਂ ਪਾਸੋਂ ਆਪ ਜੀ ਨੇ ਜੋ ਅੱਜ ਦਾ ਪਵਿੱਤਰ ਬਚਨ ਹੈ, ਜੋ ਸਤਿਗੁਰਾਂ ਨੇ ਤਰੁੱਠ ਕੇ ਦਾਤ ਵਜੋਂ ਸਾਨੂੰ ਬਖਸ਼ਿਸ਼ ਕੀਤਾ ਹੈ, ਤਿਸ ਦਾ ਮੂਲ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਆਓ ਸਾਰੇ ਹੀ ਮਨ ਬਿਰਤੀਆਂ ਇਕਾਗਰ ਕਰੀਏ,
ਰਸਨਾ ਪਵਿੱਤਰ ਕਰੀਏ, ਗੁਰੂ ਫਤਿਹ ਨਾਲ ਜੁੜੀਏ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਰਹਿਮਤ ਕਰ ਰਹੇ ਨੇ ਇਹਨਾਂ ਪਾਵਨ ਸ਼ਲੋਕਾਂ ਦੇ ਅੰਦਰ। ਗੁਰਦੇਵ ਪਾਤਸ਼ਾਹ ਜੀ ਆਰੰਭ ਕਰਦੇ ਨੇ, ਰੇ ਮਨ ਡੀਗ ਨਾ ਡੋਲੀਐ, ਸੀਧੈ ਮਾਰਗ ਧਾਓ, ਪਾਛੈ ਬਾਗ ਡਰਾਵਣੁ, ਆਗੈ ਅਗਨ ਤਲਾਓ। ਗੁਰਮੁਖ ਪਿਆਰਿਓ, ਜਦੋਂ ਆਪਾਂ ਗੁਰੂ ਕੀ ਪਵਿੱਤਰ ਬਾਣੀ ਪੜ੍ਹਦੇ ਹਾਂ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੰਦਰ ਕੋਈ ਇੱਕ ਐਸਾ ਵਿਸ਼ਾ ਨਹੀਂ ਹੈ ਜੋ ਮਨੁੱਖੀ ਜੀਵਨ ਨਾਲ ਸੰਬੰਧ ਰੱਖਦਾ ਹੋਵੇ ਤੇ ਸਤਿਗੁਰਾਂ ਨੇ ਉਸ ਦਾ ਜ਼ਿਕਰ ਨਾ ਕੀਤਾ ਹੋਵੇ। ਹਰੇਕ ਵਿਸ਼ਾ ਜੋ ਮਨੁੱਖ ਦੇ ਨਾਲ, ਮਨੁੱਖੀ ਜੀਵਨ ਦੇ ਨਾਲ ਸੰਬੰਧ ਰੱਖਦਾ ਹੈ, ਉਹ ਹਾਲਤ ਨਾਲ ਜੁੜਿਆ ਹੈ ਕਿ ਪਲਤ ਨਾਲ ਜੁੜਿਆ ਹੈ, ਉਹ ਲੋਕ ਨਾਲ ਜੁੜਿਆ ਹੈ ਕਿ ਪਰਲੋਕ ਨਾਲ ਜੁੜਿਆ ਹੈ, ਉਹ ਸੰਸਾਰ ਨਾਲ ਜੁੜਿਆ ਹੈ ਕਿ ਨਿਰੰਕਾਰ ਨਾਲ ਜੁੜਿਆ ਹੈ, ਮਹਾਰਾਜ ਨੇ ਹਰੇਕ ਵਿਸ਼ੇ ਦੀ ਗੱਲ ਕੀਤੀ। ਕੋਈ ਸਮੱਸਿਆ ਜੋ ਸਾਡੇ ਜੀਵਨ ਨਾਲ ਸੰਬੰਧ ਰੱਖਦੀ ਹੈ, ਕੋਈ ਇੱਕ ਐਸੀ ਸਮੱਸਿਆ ਨਹੀਂ ਜਿਸ ਦਾ ਹੱਲ ਸਤਿਗੁਰਾਂ ਨੇ ਪਵਿੱਤਰ ਬਾਣੀ 'ਚ ਨਾ ਦਿੱਤਾ ਹੋਵੇ। ਉਹ ਵੱਖਰੀ ਗੱਲ ਹੈ ਕਿ ਅਸੀਂ ਸਤਿਗੁਰਾਂ ਦੇ ਚਰਨਾਂ 'ਚ ਬੈਠਦੇ ਨਹੀਂ, ਗੁਰੂ ਤੋਂ ਪੁੱਛਦੇ ਨਹੀਂ, ਹੋਰ ਥਾਵਾਂ ਤੇ ਦੌੜ ਭੱਜ ਕਰਦੇ ਹਾਂ। ਜਿੱਥੇ ਸਾਡੀ ਸਮੱਸਿਆ ਦਾ ਹੱਲ ਹੈ, ਔਰ ਹਰੇਕ ਸਮੱਸਿਆ ਦਾ ਹੱਲ ਹੈ, ਅਸੀਂ ਉਸ ਸਤਿਗੁਰ ਤੋਂ ਪੁੱਛਦੇ ਨਹੀਂ। ਅਗਰ ਪੁੱਛੀਏ ਤੇ ਪਿਆਰਿਓ, ਕੋਈ ਜ਼ਿੰਦਗੀ ਦੀ ਐਸੀ ਸਮੱਸਿਆ ਹੈ ਹੀ ਨਹੀਂ ਜਿਹਦਾ ਹੱਲ ਮਹਾਰਾਜ ਨੇ ਪਵਿੱਤਰ ਬਾਣੀ 'ਚ ਨਾ ਦਿੱਤਾ ਹੋਵੇ। ਮੈਂ ਬੇਨਤੀ ਕਰ ਰਿਹਾ ਸੀ ਕਿ ਹਰੇਕ ਵਿਸ਼ੇ ਦੀ ਗੱਲ ਹੈ, ਪਰ 5 ਵਿਸ਼ੇ ਐਸੇ ਨੇ ਜਿਨ੍ਹਾਂ ਦਾ ਜ਼ਿਕਰ ਮਹਾਰਾਜ ਵਾਰ-ਵਾਰ ਪਵਿੱਤਰ ਬਾਣੀ 'ਚ ਕਰਦੇ ਨੇ, ਵਾਰ-ਵਾਰ। ਪਹਿਲਾ, ਪਰਿਪੂਰਨ ਪਰਮਾਤਮਾ। ਕੋਈ ਇੱਕ ਸ਼ਬਦ ਤੁਸੀਂ ਲੈ ਲਓ, ਕਰੀਬਨ 6000 ਦੇ ਕਰੀਬ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੰਦਰ। ਇੱਕ ਵੀ ਸ਼ਬਦ ਐਸਾ ਨਹੀਂ ਜਿਸ ਦੇ ਅੰਦਰ ਅਕਾਲ ਪੁਰਖ ਦੀ ਗੱਲ ਨਾ ਹੋਵੇ। ਦੂਜਾ ਵਿਸ਼ਾ ਹੈ ਨਾਮ। ਤੀਜਾ ਵਿਸ਼ਾ ਹੈ ਗੁਰੂ। ਕੋਈ ਸ਼ਬਦ ਪੜ੍ਹ ਲਓ, ਹਰੇਕ ਸ਼ਬਦ ਦੇ ਅੰਦਰ ਗੁਰੂ ਦੀ ਮਹਿਮਾ, ਗੁਰੂ ਦਾ ਜਸ, ਗੁਰੂ ਦੀ ਵਡਿਆਈ, ਗੁਰੂ ਦੀ ਕਿਰਪਾ, ਗੁਰੂ ਦੀ ਰਹਿਮਤ। ਚੌਥਾ ਵਿਸ਼ਾ ਹੈ ਬਖਸ਼ਿਸ਼, ਕਿਰਪਾ, ਮਿਹਰਮਤ। ਤੇ ਪੰਜਵਾਂ ਵਿਸ਼ਾ ਹੈ ਮਨ। ਇਹਨਾਂ 5 ਵਿਸ਼ਿਆਂ ਨੂੰ ਤੁਸੀਂ ਦੇਖੋਗੇ ਵਾਰ-ਵਾਰ ਮਹਾਰਾਜ ਜੀ ਦੁਹਰਾਉਂਦੇ ਨੇ। ਦੁਹਰਾ ਜ਼ਰੂਰੀ ਹੈ ਕਿਉਂਕਿ ਸਾਡਾ ਜਿਹੜਾ ਮਨ ਹੈ ਇਹ ਇੱਕੋ ਹੀ ਭਾਸ਼ਾ ਸਮਝਦਾ ਹੈ, ਉਹ ਹੈ ਦੁਹਰਾ ਦੀ। ਜਿਹੜੀ ਚੀਜ਼ ਨੂੰ ਵਾਰ-ਵਾਰ ਤੁਸੀਂ ਸੁਣੋਗੇ, ਜਿਹੜੀ ਚੀਜ਼ ਨੂੰ ਵਾਰ-ਵਾਰ ਪੜ੍ਹੋਗੇ, ਜਿਹੜੀ ਚੀਜ਼ ਨੂੰ ਵਾਰ-ਵਾਰ ਦੇਖੋਗੇ, ਉਹ ਤੁਹਾਡੇ ਮਨ ਤੇ ਗਹਿਰੀ ਛਾਪ ਬਣਾ ਦੇਗੀ। ਜਿਹੜੀ ਆਦਤ ਹੈ ਪਿਆਰਿਓ, ਇਹ ਬਣਦੀ ਹੈ ਦੁਹਰਾ ਨਾਲ। ਪੱਛਮ ਦਾ ਮਨੋਵਿਗਿਆਨ ਕਹਿੰਦਾ ਹੈ ਕਿ ਕਿਸੇ ਵੀ ਚੀਜ਼ ਨੂੰ ਜੇਕਰ ਤੁਸੀਂ ਆਪਣੇ ਜੀਵਨ 'ਚ ਲੈ ਕੇ ਆਉਣਾ ਚਾਹੁੰਦੇ ਹੋ, ਆਦਤ ਸ਼ਾਮਲ ਕਰਨਾ ਚਾਹੁੰਦੇ ਹੋ, ਤੇ ਤੁਸੀਂ 21 ਦਿਨ ਵਾਰ-ਵਾਰ ਉਸ ਚੀਜ਼ ਨੂੰ ਦੁਹਰਾਓ। ਪਰ ਪੂਰਬ ਦਾ ਵਿਗਿਆਨ ਕਹਿੰਦਾ 21 ਦਿਨ ਨਹੀਂ, ਘੱਟ ਤੋਂ ਘੱਟ 40 ਦਿਨ ਦੁਹਰਾਓ, ਪੱਕਾ ਹੋ ਜਾਏਗਾ। ਜੇ ਅਸੀਂ ਅੰਮ੍ਰਿਤ ਵੇਲੇ ਜਾਗਣਾ ਹੈ
तो 21 दिन नहीं 41 दिन 40 दिन तुसी जागदे हो, चाहे अलार्म लगा के जागदे हो, चाहे किसी नूं कह के जागदे हो, थोड़ा शरीर नूं कष्ट दिंदे हो। 42वें दिन तुहानूं जागना नहीं पएगा, अपने आप ही कुदरती अलार्म तुहाडे अंदर लगा है जिन्हें तुहानूं जगा देना है। बहुत सारे शब्द ने जिन्होंने महाराज ने वार वार दोहराया है। नितनेम ਦੀਆਂ ਬਾਣੀਆਂ ਦਾ ਜਾਪ ਤੁਸੀਂ ਰੋਜ਼ ਰੋਜ਼ ਕਰਦੇ ਹੋ। ਕਈ ਵਾਰੀ ਕਈ ਸੱਜਣ ਕਹਿ ਦਿੰਦੇ ਨੇ ਕਿ ਵਾਰ ਵਾਰ ਉਹੀ ਪਵਿੱਤਰ ਬਾਣੀ ਪੜ੍ਹਨ ਨਾਲ ਹੁੰਦਾ ਕੀ ਹੈ। ਪਵਿੱਤਰ ਬਾਣੀ ਜਪਜੀ ਸਾਹਿਬ ਉਹੀ ਹੈ, ਤੁਸੀਂ ਅਰਥ ਪੜ੍ਹ ਲਓ, ਸਮਝ ਲਓ, ਕਾਫੀ ਹੈ। ਰੋਜ਼ ਰੋਜ਼ ਦੁਹਰਾਉਣ ਦਾ ਕੀ ਲਾਭ। ਵਾਹਿਗੁਰੂ 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 ਵਾਰ ਵਾਰ ਕਰਨ ਦਾ ਕੀ ਅਰਥ ਹੈ। ਜਿਹੜੇ ਅਸਲ ਮਾਇਨਿਆਂ ਦੇ ਅੰਦਰ ਇਹ ਗੱਲ ਕਹਿੰਦੇ ਨੇ ਪਿਆਰਿਓ, ਉਹਨਾਂ ਨੂੰ ਮਨ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਕਿ ਮਨ ਦੇ ਕੰਮ ਕਰਨ ਦਾ ਢੰਗ ਕੈਸਾ ਹੈ। ਪਹਿਲੇ ਸ਼ਲੋਕ ਦੇ ਅੰਦਰ ਮਹਾਰਾਜ ਨੇ ਮਨ ਦੀ ਗੱਲ ਕੀਤੀ, ਦੂਜੇ 'ਚ ਵੀ ਮਨ ਦੀ ਗੱਲ ਕੀਤੀ ਹੈ। ਔਰ ਮੈਂ ਬੇਨਤੀ ਕੀਤੀ ਹੈ ਕਿ ਵੱਡਾ ਵਿਸ਼ਾ ਹੈ ਮਨ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੰਦਰ ਮਹਾਰਾਜ ਜੇਕਰ ਕਿਸੇ ਨੂੰ ਸੰਬੋਧਿਤ ਕਰਦੇ ਨੇ, ਕਿਸੇ ਨੂੰ ਸੰਬੋਧਿਤ ਹੁੰਦੇ ਨੇ, ਤੇ ਉਹ ਬਾਣੀ ਹੈ। ਸਰੀਰ ਦੇ ਹੋਰ ਹਿੱਸੇ ਵੀ ਨੇ। ਅੱਖਾਂ ਦੀ ਗੱਲ ਕਰਦੇ ਨੇ ਮਹਾਰਾਜ, ਅੱਖਾਂ ਨੂੰ ਕਹਿੰਦੇ ਨੇਤਰੋ ਮੇਰਿਓ, ਕੰਨਾਂ ਨੂੰ ਕਹਿੰਦੇ ਸਰਵਣੋ ਮੇਰਿਓ। ਪਰ ਬਹੁਤ ਘੱਟ ਥਾਂ ਹੈ ਜਿੱਥੇ ਮਹਾਰਾਜ ਨੇ ਦੇਹ ਨੂੰ ਕਿਹਾ ਹੋਵੇ, ਅੱਖਾਂ ਨੂੰ ਕਿਹਾ ਹੋਵੇ, ਕੰਨਾਂ ਨੂੰ ਕਿਹਾ ਹੋਵੇ। ਪਰ ਵਾਰ-ਵਾਰ ਮਹਾਰਾਜ ਮਨ ਨੂੰ ਕਹਿੰਦੇ, ਕਿਉਂਕਿ ਬਦਲਦਾ ਤੁਹਾਡਾ ਮਨ ਹੈ, ਤੁਹਾਡਾ ਸਰੀਰ ਨਹੀਂ। ਸਰੀਰ ਬਦਲਦਾ ਕਰੀਬਨ 7 ਸਾਲ ਪਹਿਲੇ ਬੱਚਾ ਜਨਮ ਲੈਂਦਾ ਹੈ ਤੇ ਪਿਆਰਿਓ ਪਹਿਲੇ ਕੁਝ ਕੁ ਦਿਨ ਜਿਹੜੇ ਨੇ ਉਹਦਾ ਚਿਹਰਾ ਤੁਸੀਂ ਸਹੀ ਤਰ੍ਹਾਂ ਪਹਿਚਾਨ ਨਹੀਂ ਸਕਦੇ ਕੈਸਾ ਹੈ, ਬਦਲਦਾ ਰਹਿੰਦਾ ਹੈ। ਫਿਰ ਹੌਲੀ ਹੌਲੀ ਉਹਦਾ ਚਿਹਰਾ ਟਿਕਣਾ ਸ਼ੁਰੂ ਹੋ ਜਾਂਦਾ ਹੈ, ਤੁਹਾਨੂੰ ਪਹਿਚਾਨ ਚ ਆ ਜਾਂਦਾ ਹੈ ਕਿ ਇਹ ਉਹਦੇ ਵਰਗਾ ਹੈ, ਉਹਦੇ ਵਰਗਾ ਹੈ। ਫਿਰ 7 ਸਾਲਾਂ ਬਾਅਦ, ਫਿਰ 14 ਸਾਲਾਂ ਬਾਅਦ, ਫਿਰ 21 ਸਾਲਾਂ ਬਾਅਦ ਜਿਹੜੀ ਤੁਹਾਡੇ ਅੱਜ ਤੋਂ 7 ਸਾਲ ਪਹਿਲਾਂ ਦੀ ਫੋਟੋ ਹੈ ਉਠਾ ਕੇ ਦੇਖਿਓ, ਜੈਸਾ ਤੁਹਾਡਾ ਅੱਜ ਚਿਹਰਾ ਮੋਹਰਾ ਵੈਸਾ ਨਹੀਂ ਹੋਏਗਾ। ਪਰ ਕੀ ਮਨ ਵੀ 7 ਸਾਲ ਲੈਂਦਾ ਬਦਲਦਿਆਂ? ਮਨ ਤੇ ਪਿਆਰਿਓ 7 ਸਾਲ ਛੱਡੋ, 7 ਮਹੀਨੇ ਛੱਡੋ, 7 ਦਿਨ ਛੱਡੋ, 7 ਮਿੰਟ ਛੱਡੋ। ਮਨਸਵੇਦ ਕਹਿੰਦੇ ਮਨ 6 ਮਿੰਟਾਂ ਬਾਅਦ ਬਦਲ ਜਾਂਦਾ ਹੈ। ਚੋਰ ਤੋਂ ਸਾਧੂ, ਸਾਧੂ ਤੋਂ ਚੋਰ ਬਣ ਜਾਂਦਾ ਹੈ। ਸਿਰਫ 6 ਮਿੰਟ ਲੱਗਦੇ ਨੇ। ਅਗਰ 6 ਮਿੰਟ ਪਹਿਲਾਂ ਤੁਸੀਂ ਪਰਉਪਕਾਰੀ ਹੋ, 6 ਮਿੰਟ ਬਾਅਦ ਤੁਸੀਂ ਦੁਰਾਚਾਰੀ ਬਣ ਜਾਣਾ ਹੈ। ਅਗਰ 6 ਮਿੰਟ ਪਹਿਲਾਂ ਦੁਰਾਚਾਰੀ ਹੋ ਤੇ 6 ਮਿੰਟਾਂ ਬਾਅਦ ਤੁਸੀਂ ਪਰਉਪਕਾਰੀ ਬਣ ਜਾਣਾ ਹੈ। ਸਾਡੇ ਜੀਵਨ 'ਚ ਉਲਝਣਾਂ ਬੜੀਆਂ ਨੇ, ਇਸੇ ਕਰਕੇ ਅਸੀਂ ਕਦੀ ਵੀ ਗਹਿਰਾਈ 'ਚ ਇਸ ਚੀਜ਼ ਨੂੰ ਦੇਖਦੇ ਨਹੀਂ। ਤੁਸੀਂ ਸਿਰਫ ਜ਼ਿਆਦਾ ਨਹੀਂ ਤੇ ਅੱਧਾ ਘੰਟਾ ਆਪਣੇ ਆਪ ਨੂੰ ਦੇਖੋ, ਜਿਹਨੂੰ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਸਿਰਫ ਅੱਧਾ ਘੰਟਾ ਦੇਖੋ ਤੇ ਤੁਹਾਨੂੰ ਪਤਾ ਲੱਗੇਗਾ ਅੱਧੇ ਘੰਟੇ 'ਚ ਤੁਸੀਂ ਸੈਂਕੜੇ ਵਾਰ ਤਬਦੀਲ ਹੁੰਦੇ ਹੋ। ਕਦੀ ਕ੍ਰੋਧ 'ਚ ਭਰਦੇ ਹੋ, ਕਦੀ ਲੋਭ 'ਚ, ਕਦੀ ਮੋਹ 'ਚ, ਕਦੀ ਪ੍ਰੇਮ 'ਚ, ਕਦੀ ਈਰਸ਼ਾ 'ਚ, ਕਦੀ ਦਵੈਸ਼ 'ਚ। 6 ਮਿੰਟਾਂ ਬਾਅਦ ਬਦਲ ਜਾਂਦੇ ਹੋ। ਗੁਰੂ ਨਾਨਕ ਮਹਾਰਾਜ ਤੋਂ ਪੁੱਛੀ ਸੱਚੇ ਪਾਤਸ਼ਾਹ ਕਿ ਸੱਚ 'ਚ ਬੰਦਾ 6 ਮਿੰਟਾਂ ਬਾਅਦ ਬਦਲ ਜਾਂਦਾ ਹੈ? ਤੇ ਪਾਤਸ਼ਾਹ ਕਹਿੰਦੇ ਨਹੀਂ, 6 ਮਿੰਟ ਤੇ ਬਹੁਤ ਲੰਮਾ ਸਮਾਂ ਅੰਤਰਾਲ ਹੈ। ਮਨ ਤੇ ਤੁਹਾਡਾ ਇੱਕ ਛਿਨ 'ਚ ਬਦਲ ਜਾਂਦਾ ਹੈ। ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਰਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾ ਪਾਲੇ। ਮੈਂ ਬੇਨਤੀ ਕਰ ਰਿਹਾ ਸੀ ਕਿ ਦੁਹਰਾਵ ਕਿਉਂ ਜ਼ਰੂਰੀ ਹੈ। ਵਾਰ-ਵਾਰ ਮਹਾਰਾਜ ਮਨ ਨੂੰ ਕਿਉਂ ਲੈ ਕੇ ਆਉਂਦੇ, ਕਿਉਂ ਮਨ ਨੂੰ ਸੰਬੋਧਿਤ ਕਰਦੇ ਨੇ? ਕਿਉਂਕਿ ਸਾਡਾ ਪੂਰੇ ਦਾ ਪੂਰਾ ਜੀਵਨ ਸਾਡੇ ਮਨ ਦੇ ਚਾਰ ਚੁਫੇਰੇ ਘੁੰਮਦਾ ਹੈ।
ਮਨ ਨੂੰ ਸਮਝ ਲਿਆ, ਬਹੁਤ ਆਸਾਨ ਹੋ ਜਾਂਦਾ ਜੀਵਨ ਨੂੰ ਜਿਉਣਾ। ਮਨ ਨੂੰ ਨਹੀਂ ਸਮਝੇ ਤੇ ਬਹੁਤ ਔਖਾ ਹੋ ਜਾਂਦਾ ਜੀਵਨ ਨੂੰ ਜਿਉਣਾ। ਆਦ ਵਿਆਦ ਉਪਾਦ ਤਿੰਨ ਤਾਪ ਨੇ। ਦੋ ਤਾਪਾਂ ਦਾ ਹੱਲ ਹੈ ਜਿਹੜੇ ਸਰੀਰ ਨਾਲ ਸੰਬੰਧਿਤ ਨੇ, ਪਰ ਜਿਹੜਾ ਤੀਜਾ ਤਾਪ ਹੈ ਪਿਆਰਿਓ ਮਨ ਨਾਲ ਸੰਬੰਧਿਤ ਆ, ਉਹਦਾ ਕਿਸੇ ਕੋਲ ਹੱਲ ਹੀ ਨਹੀਂ ਹੈਗਾ ਸਿਵਾਏ ਗੁਰੂ ਤੋਂ। ਗੁਰੂ ਤਰਸ ਕਰੇ, ਗੁਰੂ ਦਇਆ ਕਰੇ ਤੇ ਹੱਲ ਹੈ, ਨਹੀਂ ਤੇ ਹੱਲ ਨਹੀਂ ਹੈ। ਗੁਰੂ ਅਗਰ ਬਖਸ਼ਿਸ਼ ਕਰਦਾ ਹੈ ਤਾਂ ਹੱਲ ਹੈ, ਨਹੀਂ ਤੇ ਹੱਲ ਨਹੀਂ ਹੈ। ਤੀਜਾ ਤਾਪ ਐਸਾ ਹੈ ਜਿਹਦਾ ਹੱਲ ਕੋਈ ਨਹੀਂ ਹੈਗਾ। ਦੁਹਰਾ ਵਾਰ-ਵਾਰ ਜੋ ਅਸੀਂ ਕਰਦੇ ਹਾਂ ਉਹ ਸਾਡੇ ਮਨ ਤੇ ਲਕੀਰ ਬਣਾਉਂਦਾ ਹੈ। ਜੈਸੇ ਕੋਈ ਤਸੱਵਰ ਹੈ, ਉਹ ਤਸਵੀਰ ਬਣਾਉਂਦਾ ਹੈ। ਸ਼ੁਰੂ ਤੋਂ ਜਦੋਂ ਆਰੰਭ ਕਰਦਾ ਤੇ ਉਹਦੀਆਂ ਜਿਹੜੇ ਉਹਦੇ ਹੱਥ 'ਚ ਕਲਮ ਹੈ, ਬਰਸ਼ ਹੈ, ਜਦੋਂ ਚਲਾਉਂਦਾ ਤੁਹਾਨੂੰ ਲੱਗੇਗਾ ਲਕੀਰਾਂ ਖਿੱਚਦਾ ਪਿਆ। ਤੁਹਾਨੂੰ ਪਤਾ ਨਹੀਂ ਲੱਗੇਗਾ ਲੀਕਾਂ ਕਿਵੇਂ ਖਿੱਚੀਆਂ ਜਾ ਰਹੀਆਂ ਨੇ, ਕਿਉਂ ਖਿੱਚਦਾ ਪਿਆ ਹੈ। ਪਰ ਤੁਹਾਡੇ ਦੇਖਦਿਆਂ ਦੇਖਦਿਆਂ ਹੀ ਉਹ ਲਕੀਰਾਂ ਇੱਕ ਖੂਬਸੂਰਤ ਤਸਵੀਰ ਬਣ ਜਾਂਦੀਆਂ ਨੇ। ਇਸੇ ਤਰ੍ਹਾਂ ਤੁਸੀਂ ਅੱਜ ਕੰਮ ਕੀਤਾ, ਇੱਕ ਲੀਕ ਖਿੱਚੀਗੀ, ਤੁਸੀਂ ਕੱਲ ਕੀਤਾ ਦੂਜੀ ਖਿੱਚੀਗੀ, ਤੁਸੀਂ ਪਰਸੋਂ ਕੀਤਾ ਤੀਜੀ ਖਿੱਚੀਗੀ। ਵਾਰ-ਵਾਰ ਦੁਹਰਾ ਜਿਹੜਾ ਹੈ ਉਹ ਮਨ ਤੇ ਪੱਕੀ ਲਕੀਰ ਬਣਾ ਦਿੰਦਾ ਹੈ। ਉਹ ਚੀਜ਼ ਤੁਹਾਡੀ ਆਦਤ ਤੇ ਸ਼ਾਮਲ ਹੋ ਜਾਂਦੀ ਹੈ ਤੇ ਮਨ ਸਦਾ ਇੱਕੋ ਜਿਹਾ ਨਹੀਂ ਰਹਿੰਦਾ। ਇਸੇ ਲਈ ਮਹਾਰਾਜ ਕਹਿੰਦੇ ਤੁਸੀਂ ਵਾਰ-ਵਾਰ ਸੁਣੋ, ਚੰਗਾ ਸੁਣੋ, ਵਾਰ-ਵਾਰ ਪੜ੍ਹੋ, ਚੰਗਾ ਪੜ੍ਹੋ, ਵਾਰ-ਵਾਰ ਦੇਖੋ, ਚੰਗਾ ਦੇਖੋ, ਤਾਂ ਜੋ ਤੁਹਾਡੇ ਮਨ ਨੂੰ ਸੇਧ ਚੰਗੀ ਮਿਲਦੀ ਰਹੇ ਤੇ ਚੰਗੇ ਪਾਸੇ ਲੱਗਾ ਰਹੇ। ਤੋ ਤੀਜਾ ਵਿਸ਼ਾ ਮਹਾਰਾਜ ਜੀ ਪਵਿੱਤਰ ਬਾਣੀ ਚ, ਪੰਜਵਾਂ ਵਿਸ਼ਾ ਜਿਹੜਾ ਹੈ ਮਹਾਰਾਜ ਕਹਿੰਦੇ ਉਹ ਮਨ ਹੈ। ਔਰ ਸਤਿਗੁਰੂ ਜੀ ਅੱਜ ਕਿਰਪਾ ਕਰ ਰਹੇ ਨੇ, ਰਹਿਮਤ ਕਰ ਰਹੇ ਨੇ। ਪਾਤਸ਼ਾਹ ਆਰੰਭ ਕਰਦੇ ਕਹਿੰਦੇ ਰੇ ਮਨ ਡੀਗ ਨਾ ਡੋਲੀਐ ਸਿੱਧੇ ਮਾਰਗ ਧਾਓ। ਹੇ ਮੇਰੇ ਮਨ, ਵਿਕਾਰਾਂ ਦੇ ਅੰਦਰ ਵਿੰਗਾ ਟੇਢਾ ਨਾ ਚੱਲ, ਵਿਕਾਰਾਂ ਨੂੰ ਆਪਣੇ ਜੀਵਨ ਚ ਨਾ ਲੈ ਕੇ ਆ। ਵਾਸ਼ਨਾ, ਵਿਕਾਰ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਿਆ, ਚੁਗਲੀ, ਈਰਸ਼ਾ, ਦਵੈਸ਼, ਇਹਨੂੰ ਛੱਡ ਕੇ ਤੇ ਸਿੱਧਾ ਰਾਹ ਅਖਤਿਆਰ ਕਰ, ਸਿੱਧੇ ਰਾਹ ਤੇ ਚੱਲਣਾ ਸ਼ੁਰੂ ਕਰ। ਇੱਕ ਬਚਨ ਤੁਸੀਂ ਸਤਿਗੁਰੂ ਗੁਰੂ ਅਰਜਨ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪੜ੍ਹਦੇ ਹੋ। ਮਹਾਰਾਜ ਕਹਿੰਦੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਤਿੰਨ ਪਾਣੀ ਦੇ ਤਿੰਨ ਰੂਪ ਨੇ, ਇੱਕ ਹੈ ਤਰਲ, ਦੂਜਾ ਹੈ ਠੋਸ ਤੇ ਤੀਜਾ ਹੈ ਭਾਫ। ਪਾਣੀ ਤੋਂ ਠੋਸ ਬਣਦੀ ਹੈ, ਭਾਵ ਬਰਫ਼ ਬਣਦੀ ਹੈ। ਤੇ ਪਿਆਰਿਓ ਜਿਹੜਾ ਬਰਫ਼ ਹੈ ਉਹ ਪਾਣੀ ਦਾ ਹੀ ਰੂਪ ਹੈ। ਪਰ ਤੁਸੀਂ ਕਦੀ ਖਿਆਲ ਕੀਤਾ ਹੈ ਜਿੰਨਾ ਸਮਾਂ ਬਰਫ਼ ਹੈ, ਬਰਫ਼ ਨੂੰ ਪਾਣੀ 'ਚ ਤੁਸੀਂ ਰੱਖੋ, ਪਾਣੀ ਦਾ ਹੀ ਰੂਪ ਹੈ, ਪਰ ਉਹ ਪਾਣੀ 'ਚ ਮਿਕਸ ਨਹੀਂ ਹੁੰਦੀ, ਪਾਣੀ 'ਚ ਮਿਲਦੀ ਨਹੀਂ। ਵੱਡੇ ਵੱਡੇ ਪਹਾੜ ਤੁਸੀਂ ਸਾਗਰ 'ਚ ਦੇਖਦੇ ਹੋ, ਬਰਫ਼ ਦੇ ਪਾਣੀ ਤੇ ਤੈਰਦੇ ਰਹਿੰਦੇ ਨੇ, ਪਰ ਪਾਣੀ 'ਚ ਮਿਲਦੇ ਕੋਈ ਨਹੀਂ। ਹੈ ਪਾਣੀ ਹੀ, ਪਰ ਪਾਣੀ ਹੋਣ ਦੇ ਬਾਵਜੂਦ ਵੀ ਉਹ ਪਾਣੀ 'ਚ ਮਿਲ ਨਹੀਂ ਰਿਹਾ। ਕਿਉਂ ਨਹੀਂ ਮਿਲ ਰਿਹਾ? ਕਿਉਂਕਿ ਉਹ ਕੁਝ ਹਿੱਸਾ ਪਾਣੀ ਦਾ ਠੋਸ ਹੋ ਗਿਆ, ਕਠੋਰ ਹੋ ਗਿਆ। ਬਿਲਕੁਲ ਇਸੇ ਪ੍ਰਕਾਰ ਮਹਾਰਾਜ ਸਾਨੂੰ ਸਮਝਾਉਂਦੇ ਨੇ, ਕਹਿੰਦੇ ਅਸੀਂ ਪਰਿਪੂਰਨ ਪ੍ਰਮਾਤਮਾ ਦੇ ਅੰਸ਼ ਹੀ ਹਾਂ। ਕਹੋ ਕਬੀਰ ਰਾਮ ਕੀ ਅੰਸ਼, ਅਸੀਂ ਉਹਦਾ ਹੀ ਰੂਪ ਹਾਂ। ਜੈਸੇ ਸੂਰਜ ਤੇ ਸੂਰਜ ਦੀਆਂ ਕਿਰਨਾਂ ਨੇ, ਪਰ ਸਾਡੇ ਮਨ ਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਵਿਕਾਰਾਂ ਨੇ ਕੀ ਕੀਤਾ ਹੈ? ਸਾਡੇ ਮਨ ਨੂੰ ਕਠੋਰ ਬਣਾ ਦਿੱਤਾ ਹੈ, ਕੁਰਖਤ ਬਣਾ ਦਿੱਤਾ ਹੈ। ਕੁਰਖਤ ਹੋਣ ਦੇ ਨਾਲ
ਅਸੀਂ ਉਹਦੇ 'ਚ ਮਿਲ ਨਹੀਂ ਪਾ ਰਹੇ। ਔਰ ਜਿੰਨਾ ਸਮਾਂ ਪਿਆਰਿਓ ਮਨ ਕੁਰਖਤ ਹੈ, ਉਤਨਾ ਸਮਾਂ ਗੁਰੂ ਦੀ ਕਿਰਪਾ, ਗੁਰੂ ਦੀ ਬਖਸ਼ਿਸ਼ ਪ੍ਰਾਪਤ ਨਹੀਂ ਹੋ ਸਕਦੀ। ਜਿੰਨਾ ਸਮਾਂ ਸਾਡਾ ਮਨ ਕਠੋਰ ਹੈ, ਗੱਲ ਨਹੀਂ ਬਣਦੀ। ਗੱਲ ਕਦੋਂ ਬਣੇਗੀ? ਜਦੋਂ ਸਾਡੇ ਮਨ ਦੀ ਕਠੋਰਤਾ, ਕੁਰਖਤਪਨ ਖਤਮ ਹੋ ਜਾਏਗਾ। ਤੇ ਖਤਮ ਕਦੋਂ ਹੋਏਗਾ ਜੀ? ਜਦੋਂ ਵਿਕਾਰ ਸਾਡੇ ਮਨ ਚੋਂ ਬਾਹਰ ਚਲੇ ਜਾਣਗੇ। ਕਈ ਵਾਰੀ ਨਾ ਤੁਸੀਂ ਸੁਣਿਆ ਹੋਣਾ ਹੈ, ਪੜ੍ਹਿਆ ਹੋਣਾ ਹੈ ਕਿ ਮਨ ਪਵਿੱਤਰ ਹੋਣਾ ਚਾਹੀਦਾ ਹੈ, ਮਨ ਦੀ ਪਵਿੱਤਰਤਾ ਜ਼ਰੂਰੀ ਹੈ, ਹਿਰਦੇ ਦੀ ਪਵਿੱਤਰਤਾ ਜ਼ਰੂਰੀ ਹੈ। ਕਿਉਂ ਜ਼ਰੂਰੀ ਹੈ? ਧੰਨ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਐਸਾ ਰੂਪ ਧਾਰਨ ਕੀਤਾ ਹੈ, ਧੰਨ ਕਰੂਪ ਧਾਰਨ ਕਰ ਲਿਆ। ਚਿਹਰੇ ਤੇ ਬੜਾ ਤੇਜ ਹੈ, ਹੱਥ ਦੇ ਅੰਦਰ ਡਾਂਗ ਹੈ, ਸੋਟਾ ਹੈ, ਅੱਖਾਂ ਲਾਲ ਨੇ। ਮਹਾਰਾਜ ਜੀ ਅੱਗੇ ਅੱਗੇ ਨੇ, ਨਗਰ ਨਿਵਾਸੀ ਸੰਗਤਾਂ ਗੁਰੂ ਸਾਹਿਬ ਜੀ ਦੇ ਪਿੱਛੇ ਪਿੱਛੇ ਨੇ। ਮਹਾਰਾਜ ਜੀ ਕਾਲੀ ਕਾਲੀ ਤੇਜੀ ਤੇਜੀ ਨਾਲ ਚੱਲਦੇ ਨੇ ਔਰ ਇੱਕਦਮ ਰੁਕ ਕੇ ਪਿੱਛਾ ਦੇਖਦੇ ਨੇ। ਪਿੱਛੇ ਦੇਖਦੇ ਨੇ, ਕਾਫੀ ਲੋਕ ਨੇ, ਕਾਫੀ ਸੰਗਤ ਹੈ, ਪਿੰਡ ਦੇ ਲੋਕ ਬਹੁਤੇ ਨੇ। ਮਹਾਰਾਜ ਜੀ ਉੱਚੀ ਸਾਰੀ ਰੋਹ ਦੇ ਨਾਲ ਭਰ ਕੇ ਕਹਿੰਦੇ, ਭਾਈ ਤੁਸੀਂ ਮੇਰੇ ਮਗਰ ਕਿਉਂ ਆ ਰਹੇ ਹੋ? ਆਪਣੇ ਘਰਾਂ ਨੂੰ ਜਾਓ, ਦੌੜ ਜਾਓ ਆਪਣੇ ਘਰਾਂ ਨੂੰ। ਹੁਣ ਜਿਸ ਵੇਲੇ ਮਹਾਰਾਜ ਜੀ ਨੇ ਗੱਲ ਕੀ ਨਾ, ਦੌੜ ਜਾਓ ਘਰਾਂ ਨੂੰ, ਤੇ ਅੱਧੇ ਕੁ ਜਿਹੜੇ ਨੇ ਉਹ ਪਰਤ ਗਏ ਨੇ। ਮਹਾਰਾਜ ਫਿਰ ਚੱਲ ਪਏ ਨੇ। ਉਹ ਜਿਹੜੇ ਕੁਝ ਕੁ ਰਹਿੰਦੇ ਸਨ, ਉਹ ਪਿੱਛੇ 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 ਪਿੱਛੇ। ਫਿਰ ਮਹਾਰਾਜ ਰੁਕਦੇ ਨੇ ਤੇ ਕਹਿੰਦੇ ਵੀ ਫਿਰ ਤੁਸੀਂ ਮੇਰੇ ਮਗਰ ਮਗਰ ਆ ਰਹੇ ਹੋ, ਤੁਹਾਡਾ ਕੋਈ ਘਰ ਨਹੀਂ? ਆਪਣੇ ਘਰਾਂ ਨੂੰ ਦੌੜੋ, ਚਲੇ ਜਾਓ। ਜਿਹੜੇ ਕੁਝ ਕੁ ਰਹਿੰਦੇ ਸਨ ਉਹ ਵੀ ਚਲੇ ਗਏ। ਹੁਣ ਇੱਕ ਹੀ ਹੈ, ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮਗਰ ਮਗਰ ਇੱਕੋ ਹੀ ਹੈ। ਅੱਗੇ ਅੱਗੇ ਗੁਰੂ ਸਾਹਿਬ ਜੀ ਨੇ ਕਾਲੀ ਕਾਲੀ ਚੱਲਦੇ ਨੇ, ਪਿੱਛੇ ਪਿੱਛੇ ਬਾਬਾ ਲਹਿਣਾ ਜੀ ਨੇ, ਉਹ ਵੀ ਚੱਲੀ ਜਾ ਰਹੇ ਨੇ। ਫਿਰ ਮਹਾਰਾਜ ਜੀ ਕਹਿੰਦੇ, ਬਈ ਤੇਰਾ ਕੋਈ ਘਰ ਨਹੀਂ, ਚਲਾ ਜਾ। ਅੱਗੋਂ ਬਾਬਾ ਲਹਿਣਾ ਜੀ ਕਹਿੰਦੇ 7 ਬਚਨ। ਫਿਰ ਮਹਾਰਾਜ ਦੇ ਮਗਰ ਮਗਰ ਫਿਰ ਰੁਕਦੇ ਸਤਿਗੁਰ, ਰੁਕ ਕੇ ਤੇ ਉਸੇ ਡਾਂਗ ਦੇ ਨਾਲ ਮਹਾਰਾਜ ਜੀ ਇੱਕ ਲੀਕ ਖਿੱਚ ਦਿੰਦੇ ਨੇ। ਲੀਕ ਖਿੱਚ ਕੇ ਕਹਿੰਦੇ ਵੀ 10 ਜਰਾ ਕੋ ਤੇਰਾ ਘਰ ਉੱਤਰ ਵੱਲ ਹੈ, ਦੱਖਣ ਵੱਲ ਹੈ, ਪੂਰਬ ਵੱਲ ਹੈ, ਪੱਛਮ ਵੱਲ ਹੈ। ਜਦੋਂ ਮੈਂ ਤੈਨੂੰ ਕਿਹਾ ਵੀ ਆਪਣੇ ਘਰ ਚਲਾ ਜਾ, ਤੇ ਤੂੰ ਆਪਣੇ ਘਰ ਕਿਉਂ ਨਹੀਂ ਜਾਂਦਾ? ਤੇਰਾ ਘਰ ਕਿੱਥੇ ਹੈ? ਤੇ ਅੱਗੋਂ ਬਾਬਾ ਲਹਿਣਾ ਜੀ ਦੋਵੇਂ ਹੱਥ ਜੋੜਦੇ, ਮਹਾਰਾਜ ਮੈਂ ਤੇ ਬੇਘਰਾਂ ਹਾਂ, ਮੇਰਾ ਕੋਈ ਘਰ ਨਹੀਂ ਹੈਗਾ। ਮੇਰਾ ਇੱਕੋ ਇੱਕ ਘਰ ਹੈ, ਉਹ ਤੁਹਾਡੇ ਚਰਨ ਨੇ। ਮੇਰਾ ਹੋਰ ਕੋਈ ਘਰ ਨਹੀਂ ਹੈਗਾ। ਮੇਰੇ ਲਈ ਇੱਕੋ ਥਾਂ ਹੈ, ਉਹ ਤੁਹਾਡੇ ਚਰਨਾਂ 'ਚ ਹੈ। ਮੇਰੇ ਲਈ ਹੋਰ ਕੋਈ ਥਾਂ ਨਹੀਂ ਹੈਗੀ। ਗੁਰਮੁਖ ਪਿਆਰਿਓ, ਜਦੋਂ ਭਾਈ ਬਾਬਾ ਲਹਿਣਾ ਜੀ ਨੇ ਗੱਲ ਕਹੀ ਨਾ, ਤੇ ਸਤਿਗੁਰ ਨੇ ਘੁੱਟ ਕੇ ਆਪਣੇ ਸੀਨੇ ਨਾਲ ਲਾ ਲਿਆ। ਸੀਨੇ ਨਾਲ ਲਾ ਕੇ ਮਹਾਰਾਜ ਕਹਿੰਦੇ ਬਾਬਾ ਲਹਿਣਾ ਜੀ ਨੂੰ, ਵੀ ਲਹਿਣਿਆ, ਜੇਕਰ ਤੂੰ ਬੇਘਰਾ ਸੈਂ ਨਾ, ਤੇ ਤੈਨੂੰ ਘਰ ਮਿਲ ਗਿਆ। ਅਸਲ ਦੇ ਅੰਦਰ ਮੇਰੇ ਕੋਲ ਵੀ ਕੋਈ ਘਰ ਨਹੀਂ ਸੀ ਹੈਗਾ। ਜੇਕਰ ਤੇਰੇ ਕੋਲ ਕੋਈ ਘਰ ਨਹੀਂ ਸੀ ਹੈਗਾ, ਤੇ ਮੇਰੇ ਕੋਲ ਵੀ ਕੋਈ ਘਰ ਨਹੀਂ ਸੀ। ਜੇਕਰ ਤੇਰਾ ਘਰ ਗੁਰੂ ਦੇ ਚਰਨ ਨੇ, ਤੇ ਫਿਰ ਮੇਰਾ ਘਰ ਤੇਰਾ ਹਿਰਦਾ ਹੈ। ਅੱਜ ਤੋਂ ਬਾਅਦ ਮੈਂ ਤੇਰੇ ਹਿਰਦੇ 'ਚ ਵਸਣਾ ਹੈ। ਬਾਬਾ ਗੌਰ ਨਾ ਮੜੀ ਮਸਾਣੀ, ਗੁਰੂ ਅੰਗਦ ਕਹਿ ਹੀਐ ਬਸੈ। ਕਹਿੰਦੇ ਬਾਬਾ ਕਿੱਥੇ ਵਸਦਾ ਜੀ? ਸਤਿਗੁਰੂ ਗੁਰੂ ਅੰਗਦ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹਿਰਦੇ 'ਚ ਵਸਦਾ ਹੈ। ਇਹ ਮੈਂ ਬੇਨਤੀ ਕਿਉਂ ਕੀਤੀ ਹੈ? ਜੇਕਰ ਤੁਹਾਡਾ ਹਿਰਦਾ ਕਠੋਰ ਹੈ, ਤੇ ਗੁਰੂ ਨਾਨਕ ਮਹਾਰਾਜ ਜੀ ਇੱਥੇ ਕਿਵੇਂ ਵਸਣਗੇ?
ਜੇਕਰ ਮਨ ਵਿਕਾਰਾਂ ਨਾਲ ਭਰਿਆ ਹੋਇਆ ਹੈ, ਵਾਸ਼ਨਾਵਾਂ ਨਾਲ ਭਰਿਆ ਹੋਇਆ ਹੈ, ਤੇ ਸੋਚੋ ਗੁਰੂ ਨਾਨਕ ਮਹਾਰਾਜ ਜਿੱਥੇ ਕਿਵੇਂ ਵਾਸ ਕਰਨਗੇ। ਅਗਰ ਤੁਸੀਂ ਚਾਹੁੰਦੇ ਹੋ ਕਿ ਗੁਰੂ ਨਾਨਕ ਮਹਾਰਾਜ ਜੀ ਦਾ ਵਾਸ ਹੋਵੇ, ਤੇ ਫਿਰ ਮਹਾਰਾਜ ਜੀ ਸਾਨੂੰ ਸਮਝ ਦਿੰਦੇ, ਕਹਿੰਦੇ ਰੇ ਮਨ ਡੀਗ ਨਾ ਡੋਲੀਐ। ਹੇ ਮੇਰੇ ਮਨ, ਆ ਜਿਹੜਾ ਵਿਕਾਰਾਂ ਵਾਲਾ ਵਿੰਗਾ ਟੇਢਾ ਰਸਤਾ ਇਹਨੂੰ ਛੱਡ ਦੇ। ਭਾਂਡਾ ਧੋਏ ਬਹਿ ਸਤੂਪ ਦੇਵੋ ਤਉ ਦੂਦੇ ਕੋ ਜਾਓ, ਦੂਧ ਕਰਮ ਫੁਨ ਸੁਰਤ ਸਮਾਇਨ ਹੋਏ ਨਿਰਾਸ ਜਮਾਵੋ। ਅਗਰ ਤੁਸੀਂ ਚਾਹੁੰਦੇ ਹੋ ਕਿ ਸ੍ਰਿਸ਼ਟੀ ਦਾ ਮਾਲਕ ਤੁਹਾਡੇ ਹਿਰਦੇ 'ਚ ਆ ਕੇ ਵਸੇ, ਤੇ ਫਿਰ ਇਹ ਵਿਕਾਰਾਂ ਵਾਲਾ ਰਸਤਾ ਛੱਡਣਾ ਪਏਗਾ, ਤਿਆਗਣਾ ਪਏਗਾ। ਔਰ ਸਿਰਫ ਇਸ ਕਰਕੇ ਨਹੀਂ ਪਿਆਰਿਓ ਮਨ ਪਵਿੱਤਰ ਚਾਹੀਦਾ ਕਿ ਇਸ ਹਿਰਦੇ 'ਚ ਰੱਬ ਨੇ ਵਸਣਾ ਹੈ, ਗੁਰੂ ਨੇ ਵਸਣਾ ਹੈ। ਅਗਰ ਆਪਾਂ ਧਰਮ ਦੀ ਦ੍ਰਿਸ਼ਟੀ ਤੋਂ ਦੇਖਦੇ ਹਾਂ, ਸਾਧਨਾ ਦੀ ਦ੍ਰਿਸ਼ਟੀ ਤੋਂ ਦੇਖਦੇ ਹਾਂ, ਤੇ ਮਨ ਪਵਿੱਤਰ ਹੋਣਾ ਚਾਹੀਦਾ। ਪਰ ਪਿਆਰਿਓ ਸਿਰਫ ਨਿਰੰਕਾਰ ਦੇ ਲਈ ਨਹੀਂ। ਅਗਰ ਸੰਸਾਰ ਦੀ ਗੱਲ ਕਰੀਏ ਤਾਂ ਸੰਸਾਰ 'ਚ ਉਹੀ ਬੰਦਾ ਭਲਾ ਕਰ ਸਕਦਾ ਜਿਸ ਦਾ ਮਨ ਪਵਿੱਤਰ ਹੈ, ਨਿਰਮਲ ਹੈ, ਜਿਨੇ ਵਿਕਾਰਾਂ ਵਾਲਾ ਰਸਤਾ ਤਿਆਗ ਦਿੱਤਾ ਹੈ, ਛੱਡ ਦਿੱਤਾ ਹੈ। ਉਹ ਚੰਗਾ ਪਤੀ ਨਹੀਂ ਬਣ ਸਕਦਾ ਜਿਹਦਾ ਮਨ ਮਲੀਨ ਹੈ, ਖਿਆਲ ਕਰਿਆ ਜੀ। ਉਹ ਚੰਗਾ ਪੁੱਤਰ ਨਹੀਂ ਬਣ ਸਕਦਾ ਜਿਹਦਾ ਮਨ ਮਲੀਨ ਹੈ, ਵਿਕਾਰਾਂ ਨਾਲ ਵੇੜਿਆ ਹੋਇਆ ਹੈ। ਉਹ ਚੰਗਾ ਪਿਤਾ ਨਹੀਂ ਬਣ ਸਕਦਾ, ਉਹ ਚੰਗਾ ਭਰਾ ਨਹੀਂ ਬਣ ਸਕਦਾ, ਉਹ ਚੰਗਾ ਮਿੱਤਰ ਨਹੀਂ ਬਣ ਸਕਦਾ। ਸਿਰਫ ਧਰਮ ਹੀ ਨਹੀਂ, ਸੰਸਾਰ ਦੇ ਲਈ ਵੀ ਹਿਰਦੇ ਦੀ ਪਵਿੱਤਰਤਾ, ਹਿਰਦੇ ਦੀ ਨਿਰਮਲਤਾ ਹੋਣੀ ਬੜੀ ਜ਼ਰੂਰੀ ਹੈ, ਅਤ ਲਾਜ਼ਮੀ ਹੈ। ਜਿੰਨਾ ਸਮਾਂ ਹਿਰਦਾ ਪਵਿੱਤਰ ਨਹੀਂ ਹੁੰਦਾ, ਚੰਗੇ ਪਤੀ ਨਹੀਂ ਬਣਿਆ ਜਾ ਸਕਦਾ, ਚੰਗੇ ਪਿਤਾ ਨਹੀਂ ਬਣਿਆ ਜਾ ਸਕਦਾ, ਚੰਗੇ ਪੁੱਤਰ ਨਹੀਂ ਬਣਿਆ ਜਾ ਸਕਦਾ। ਤੇ ਮੈਂ ਕਈ ਵਾਰੀ ਇਹ ਬੇਨਤੀ ਕਰਦਾ, ਜਿਹੜਾ ਚੰਗਾ ਸੰਸਾਰੀ ਨਹੀਂ ਬਣਿਆ ਉਹ ਚੰਗਾ ਨਿਰੰਕਾਰੀ ਕਿਵੇਂ ਬਣੇਗਾ? ਜਿਹਨੇ ਸੰਸਾਰ ਨੂੰ ਨਹੀਂ ਜਾਣਿਆ ਉਹ ਨਿਰੰਕਾਰ ਨੂੰ ਕਿਵੇਂ ਜਾਣੇਗਾ? ਸੰਸਾਰ ਤੇ ਵਿਸ਼ਾ ਤੁਹਾਡੇ ਸਪਰਸ਼ ਦਾ ਹੈ, ਤੁਹਾਡੇ ਦੇਖਣ ਦਾ ਹੈ, ਤੁਹਾਡੇ ਸੁਣਨ ਦਾ ਹੈ। ਪਰ ਪਿਆਰਿਓ ਨਿਰੰਕਾਰ ਨੂੰ ਨਾ ਤੁਸੀਂ ਦੇਖਣਾ, ਨਾ ਤੁਸੀਂ ਸਪਰਸ਼ ਕਰਨਾ, ਨਾ ਤੁਸੀਂ ਸੁਣਨਾ। ਸੰਸਾਰ ਨਹੀਂ ਸਮਝ ਪਿਆ ਤੇ ਨਿਰੰਕਾਰ ਕਿਵੇਂ ਸਮਝ ਪਾਏਗਾ? ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਰੇ ਮਨ ਡੀਗ ਨਾ ਡੋਲੀਐ, ਸਿੱਧੇ ਮਾਰਗ ਧਾਓ। ਮੇਰੇ ਮਨ, ਆ ਵਿਕਾਰਾਂ ਵਾਲਾ ਵਿੰਗਾ ਟੇਢਾ ਰਸਤਾ ਤਿਆਗ ਦੇ, ਛੱਡ ਦੇ, ਆਪਣੇ ਹਿਰਦੇ ਨੂੰ ਪਵਿੱਤਰ ਕਰ, ਆਪਣੇ ਮਨ ਨੂੰ ਨਿਰਮਲ ਕਰ। ਭਾਂਡਾ ਧੋਏ ਬਹਿ ਸਤੂਪ ਦੇਵੋ ਤਉ ਦੂਦੇ ਕੋ ਜਾਵੋ, ਦੂਧ ਕਰਮ ਫੁਨ ਸੁਰਤ ਸਮਾਇਨ ਹੋਏ ਨਿਰਾਸ ਜਮਾਵੋ। ਜਪੋ ਤਾਂ ਏਕੋ ਨਾਮਾ, ਅਵਨ ਨਿਰਾਫਲ ਕਾਮਾ। ਮਨਮੁਖ ਬੰਦੇ ਦਾ ਹਿਰਦਾ ਬੜਾ ਕਠੋਰ ਹੈ, ਅਤ ਕਠੋਰ ਹੈ। ਮਹਾਰਾਜ ਕਹਿੰਦੇ ਮਨਮੁਖ ਹਿਆਰਾ ਅਤ ਕਠੋਰ ਹੈ, ਤਿਨ ਅੰਤਰ ਕਾਰ ਕਰੀਠਾ। ਕਹਿੰਦੇ ਜਿਹੜਾ ਮਨਮੁਖ ਦਾ ਹਿਰਦਾ ਹੈ ਵਿਕਾਰਾਂ ਨਾਲ ਅਤ ਕਠੋਰ ਹੋ ਚੁੱਕਾ ਹੈ, ਉਸ ਦੇ ਅੰਦਰ ਵਿਕਾਰਾਂ ਦੀ ਕਾਲਖ ਇੰਨੀ ਹੈ, ਇੰਨਾ ਕਠੋਰ ਹੋ ਚੁੱਕਾ ਹੈ, ਅਤ ਕਠੋਰ ਹੈ। ਤੇ ਪਿਆਰਿਓ ਜਿੱਥੇ ਹਿਰਦਾ ਕਠੋਰ ਹੈ ਉੱਥੇ ਅਕਾਲ ਪੁਰਖ ਦੀ ਬਖਸ਼ਿਸ਼ ਨਹੀਂ। ਕਹਿੰਦੇ ਜਦੋਂ ਮਹਾਤਮਾ ਬੁੱਧ ਸੰਸਾਰੀ ਯਾਤਰਾ ਪੂਰੀ ਕਰ ਗਏ ਨਾ, ਤੇ ਇੱਕ ਸ਼ਰਧਾਂਜਲੀ ਸਭਾ ਰੱਖੀ ਗਈ ਜਿਸ ਦੇ ਅੰਦਰ ਬਹੁਤ ਸਾਰੇ ਲੋਕ ਇਕੱਤਰ ਹੋਏ, 7 ਦੇਸ਼ਾਂ ਦੇ ਰਾਜੇ ਇਕੱਤਰ ਹੋਏ। ਮਹਾਤਮਾ ਬੁੱਧ ਦਾ ਇੱਕ ਬੜਾ ਪਿਆਰਾ ਅਨੰਨ ਸਿੱਖ ਚੇਲਾ ਸੀ ਉਪਾਲੀ। ਉਪਾਲੀ ਨੇ ਸ਼ਰਧਾਂਜਲੀ ਦੇਣੀ ਸ਼ੁਰੂ ਕੀਤੀ। ਉਸ ਸ਼ਰਧਾਂਜਲੀ ਦਾ ਮੈਂ ਛੋਟਾ ਜਿਹਾ ਅੰਸ਼ ਤੁਹਾਡੇ ਨਾਲ ਸਾਂਝੇ ਕਰਨਾ ਹੈ, ਉਹ ਅੱਜ ਦੇ ਵਿਸ਼ੇ ਨਾਲ ਸੰਬੰਧਿਤ ਹੈ, ਇਸੇ ਕਰਕੇ ਤੁਹਾਡੇ ਚਰਨਾਂ 'ਚ ਬੇਨਤੀ ਕਰ ਰਿਹਾ। ਉਸਨੇ ਬੋਲਣਾ ਸ਼ੁਰੂ ਕੀਤਾ। ਪਹਿਲੀ ਗੱਲ ਉਸਨੇ ਕਹੀ ਕਿ ਸਾਡਾ ਮਿੱਤਰ ਸਿਧਾਰਥ ਕਿਤੇ ਗਿਆ ਨਹੀਂ, ਉਹ ਸਾਡੇ ਸਾਰੀਆਂ ਦੀਆਂ ਅੱਖਾਂ 'ਚ ਪ੍ਰਕਾਸ਼ ਬਣ ਕੇ ਟਿਕ ਗਿਆ ਹੈ, ਜਿਹਦੇ ਕੋਲ ਅੱਖਾਂ ਹੋਣਗੀਆਂ ਉਹ ਦੇਖ ਲਏਗਾ। ਪਹਿਲੀ ਗੱਲ ਕਹੀ ਉਹਨੇ ਕਿ ਸਾਡਾ ਮਿੱਤਰ ਸਿਧਾਰਥ ਕਿਤੇ ਗਿਆ ਨਹੀਂ ਹੈਗਾ। ਦੂਜੀ ਗੱਲ ਜਿਹੜੀ ਉਸਨੇ ਕਹੀ, ਕਹਿੰਦੇ ਕਿ ਇੱਥੇ ਸਿਧਾਰਥ ਦੀਆਂ ਅਸਥੀਆਂ 'ਚੋਂ ਕੁਝ ਹਿੱਸਾ ਲੈਣ ਵਾਸਤੇ
7 ਦੇਸ਼ਾਂ ਦੇ ਰਾਜੇ ਆਏ ਨੇ। ਉਹ ਚਾਹੁੰਦੇ ਨੇ ਕਿ ਸਿਧਾਰਥ ਦੀਆਂ ਅਸਥੀਆਂ ਲੈ ਕੇ ਅਸੀਂ ਆਪਣੇ ਰਾਜ ਜਾਈਏ, ਉੱਥੇ ਉਹਨਾਂ ਅਸਥੀਆਂ ਤੇ ਸਿਧਾਰਥ ਦੇ ਸਤੂਪ ਬਣਾਈਏ। ਤੀਜੀ ਗੱਲ ਜਿਹੜੀ ਉਹਨੇ ਕੀਤੀ, ਉਹਨੇ ਇਹ ਗੱਲ ਕਹੀ ਕਿ ਅਸਲ ਮਾਇਨਿਆਂ 'ਚ ਇਹਨਾਂ ਨੂੰ ਇਸ ਗੱਲ ਦਾ ਗਿਆਨ ਨਹੀਂ ਹੈ, ਸਮਝ ਨਹੀਂ ਹੈ ਕਿ ਜੇਕਰ ਸਾਡਾ ਮਿੱਤਰ ਸਿਧਾਰਥ ਪੱਥਰਾਂ ਨਾਲ ਪ੍ਰੇਮ ਕਰਦਾ ਹੁੰਦਾ ਨਾ, ਇੱਟਾਂ ਚੂਨੇ ਦੇ ਨਾਲ ਪ੍ਰੇਮ ਕਰਦਾ ਹੁੰਦਾ, ਤੇ ਉਹ ਕਦੀ ਵੀ ਆਪਣੇ ਮਹਿਲ ਛੱਡ ਕੇ ਨਾ ਆਉਂਦਾ। ਕਹਿੰਦਾ ਸਾਡਾ ਮਿੱਤਰ ਇੱਟਾਂ ਪੱਥਰ ਤੇ ਚੂਨਿਆਂ ਦੀ ਇਮਾਰਤ 'ਚ ਨਹੀਂ ਰਹਿੰਦਾ। ਸਾਡਾ ਮਿੱਤਰ ਸਾਨੂੰ ਕਹਿ ਕੇ ਗਿਆ ਹੈ ਕਿ ਅੱਜ ਤੋਂ ਬਾਅਦ ਮੈਂ ਤੁਹਾਡੇ ਹਿਰਦਿਆਂ 'ਚ ਨਿਵਾਸ ਕਰਾਂਗਾ, ਔਰ ਸਾਡੇ ਲਈ ਔਖਾ ਕੰਮ ਕਰ ਗਿਆ ਹੈ। ਪਹਿਲਾਂ ਸਾਡੇ ਹਿਰਦੇ ਮੈਲੇ ਸੀ, ਕਚੈਲੇ ਸੀ, ਗੰਧਲੇ ਸੀ, ਮੈਲੇ ਸੀ, ਜੈਸੇ ਮਰਜ਼ੀ ਸੀ, ਕਿਉਂਕਿ ਉੱਥੇ ਕੋਈ ਰਹਿੰਦਾ ਨਹੀਂ ਸੀ, ਅਸੀਂ ਖੁਦ ਹੀ ਸਾਂ। ਪਰ ਹੁਣ ਸਾਡੇ ਲਈ ਔਖਾ ਕੰਮ ਕਰ ਗਿਆ। ਸਾਨੂੰ ਆਪਣੇ ਹਿਰਦੇ ਨੂੰ ਪਾਕ ਰੱਖਣਾ ਪੈਣਾ ਹੈ, ਪਵਿੱਤਰ ਰੱਖਣਾ ਪੈਣਾ ਹੈ, ਕਿਉਂਕਿ ਅੱਜ ਤੋਂ ਬਾਅਦ ਸਾਡੇ ਮਿੱਤਰ ਨੇ ਸਾਡੇ ਹਿਰਦੇ 'ਚ ਵਸਣਾ ਹੈ। ਹਿਰਦੇ ਦਾ ਪਾਕ ਹੋਣਾ ਤਾਂ ਜ਼ਰੂਰੀ ਹੈ ਕਿਉਂਕਿ ਪਰਿਪੂਰਨ ਪਰਮਾਤਮਾ ਇਸ ਹਿਰਦੇ ਦੇ ਅੰਦਰ ਵਾਸ ਕਰਦਾ ਹੈ। ਮਨ ਦਾ ਪਵਿੱਤਰ ਹੋਣਾ ਤੇ ਜ਼ਰੂਰੀ ਹੈ ਕਿਉਂਕਿ ਪਰਮਾਤਮਾ ਨੇ ਇਹਦੇ ਅੰਦਰ ਵਾਸ ਕਰਨਾ ਹੈ। ਤੇ ਪਿਆਰਿਓ, ਜੇਕਰ ਮੈਲਾ ਕਚੈਲਾ ਹੈ ਫਿਰ ਕਿੱਥੇ ਵਾਸ ਕਰੇਗਾ? ਮੈਂ ਬੇਨਤੀ ਕਰ ਰਿਹਾ ਸੀ ਕਿ ਗੁਰੂ ਅਰਜਨ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ। ਜਿਹੜਾ ਪਾਣੀ ਜੰਮ ਜਾਂਦਾ ਉਹ ਬਰਫ਼ ਬਣ ਜਾਂਦਾ ਹੈ, ਤੇ ਬਰਫ਼ ਕਦੀ ਵੀ ਪਾਣੀ 'ਚ ਮਿਲਦੀ ਨਹੀਂ, ਉਹ ਉੱਪਰ ਉੱਪਰ ਤੈਰਦੀ ਰਹਿੰਦੀ ਹੈ। ਮਿਲੇਗੀ ਕਿਵੇਂ? ਕਿਹੜਾ ਢੰਗ ਹੈ, ਕਿਹੜਾ ਤਰੀਕਾ ਹੈ? ਤੇ ਫਿਰ ਗੁਰੂ ਅਰਜਨ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਜਦੋਂ ਸੂਰਜ ਦੀਆਂ ਕਿਰਨਾਂ ਉਸ ਬਰਫ਼ ਤੇ ਪੈਂਦੀਆਂ ਨੇ, ਸੂਰਜ ਦੀਆਂ ਕਿਰਨਾਂ ਉਸ ਬਰਫ਼ ਨੂੰ ਪਿਘਲਾ ਦਿੰਦੀਆਂ ਨੇ, ਮੈਲਟ ਕਰ ਦਿੰਦੀਆਂ ਨੇ, ਤੇ ਉਹ ਬਰਫ਼ ਜਿਹੜੀ ਹੈ ਫਿਰ ਪਾਣੀ ਦਾ ਰੂਪ ਹੋ ਕੇ ਪਾਣੀ 'ਚ ਮਿਲ ਜਾਂਦੀ ਹੈ। ਇਸੇ ਤਰ੍ਹਾਂ ਪਿਆਰਿਓ, ਜਿਹੜਾ ਸਾਡਾ ਕਠੋਰ ਹਿਰਦਾ ਹੈ ਨਾ, ਉਹਨੂੰ ਮੈਲਟ ਕਰਨ ਵਾਲਾ ਇੱਕੋ ਇੱਕ ਅਕਾਲ ਪੁਰਖ ਹੈ। ਮਹਾਰਾਜ ਕਹਿੰਦੇ, ਰੇ ਮਨ ਡੇਗ ਨਾ ਡੋਲੀਐ, ਸੀਧੇ ਮਾਰਗ ਧਾਓ, ਪਾਛੇ ਬਾਗ ਡਰਾਵਣੋ, ਆਗੇ ਅਗਨ ਤਲਾਓ, ਸਹਸੇ ਜਿਅਰਾ। ਇਹ ਜਿਹੜੇ ਸਹਸੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਿਆ ਚੁਗਲੀ ਤੇ ਹੈ ਹੀ ਹੈ। ਇਸ ਤੋਂ ਇਲਾਵਾ ਡਰ, ਵਹਿਮ, ਭਰਮ, ਸ਼ੰਕੇ, ਅਨੇਕਾਂ ਪ੍ਰਕਾਰ ਦੇ ਵਹਿਮ ਸਹਿਮ ਸਵੇਰ ਤੋਂ ਸ਼ਾਮ ਤੱਕ ਸਾਡੇ ਹਿਰਦੇ 'ਚ ਰਹਿੰਦੇ ਨੇ, ਜਿਹੜੇ ਸਾਡੇ ਹਿਰਦੇ ਨੂੰ ਆਲੇ ਦਰਜੇ ਦਾ ਕਠੋਰ ਬਣਾ ਦਿੰਦੇ ਨੇ। ਗੁਰੂ ਰਹਿਮਤ ਕਰੇ, ਜਿਵੇਂ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ, ਬਰਫ਼ ਪਿਘਲ ਜਾਂਦੀ ਹੈ, ਇਸੇ ਤਰ੍ਹਾਂ ਗੁਰੂ ਦਾ ਸ਼ਬਦ ਸਾਡੇ ਅੰਦਰ ਵਸਦਾ ਹੈ, ਸਾਡਾ ਹਿਰਦਾ ਪਵਿੱਤਰ ਹੋ ਜਾਂਦਾ ਹੈ, ਉਹਦੇ ਅੰਦਰ ਦੀ ਕਠੋਰਤਾ ਤੇ ਕੁਰਖਤਪਨ ਖਤਮ ਹੋ ਜਾਂਦਾ ਹੈ। ਇੱਕ ਬਚਨ ਮਹਾਰਾਜ ਜੀ ਦਾ ਤੁਸੀਂ ਪੜ੍ਹਦੇ ਹੋ, ਮਹਾਰਾਜ ਕਹਿੰਦੇ, ਕਾਮ ਕ੍ਰੋਧ ਦੋਇ ਕਰੋ ਬਸੋਲੇ, ਗੋਡੋ ਧਰਤੀ ਭਾਈ, ਜਿਉ ਗੋਡੋ ਤਿਉ ਤੁਮ ਸੁਖ ਪਾਵੋ, ਕਿਰਤ ਨਾ ਮੇਟਿਆ ਜਾਈ। ਕਹਿੰਦੇ ਕੋਈ ਕਿਸਾਨ ਜਦੋਂ ਦੇਖਦਾ ਨਾ ਵੀ ਉਹਦੇ ਖੇਤਾਂ ਦੇ ਅੰਦਰ ਜਿਹੜੀ ਉਹਨੇ ਫਸਲ ਬੀਜੀ ਹੈ, ਉਸ ਫਸਲ ਤੋਂ ਅਲੱਗਾ ਵੀ ਬਹੁਤ ਸਾਰੇ ਬੂਟੇ, ਬਹੁਤ ਸਾਰੇ ਪੌਦੇ ਪੈਦਾ ਹੋ ਗਏ ਨੇ, ਉਹ ਕੀ ਕਰਦਾ ਹੈ? ਉਹ ਉਹਨਾਂ ਬੂਟਿਆਂ ਨੂੰ ਪੁੱਟ ਕੇ ਬਾਹਰ ਸੁੱਟ ਦਿੰਦਾ ਹੈ, ਜਿਨ੍ਹਾਂ ਦਾ ਕੋਈ ਅਰਥ ਨਹੀਂ ਹੈਗਾ। ਕਾਮ ਕ੍ਰੋਧ ਦੋਇ ਕਰੋ ਬਸੋਲੇ, ਗੋਡੋ ਧਰਤੀ ਭਾਈ। ਕਹਿੰਦੇ ਇਸੇ ਪ੍ਰਕਾਰ ਗੁਰੂ ਕਾ ਸਿੱਖ, ਗੁਰੂ ਕਾ ਪਿਆਰਾ ਕੀ ਕਰਦਾ ਹੈ? ਉਹ ਦੇਖਦਾ ਆਪਣੇ ਅੰਦਰ, ਜੇਕਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਐਸੇ ਵਿਚਾਰ ਪੈਦਾ ਹੁੰਦੇ ਨੇ, ਉਹਨਾਂ ਵਿਚਾਰਾਂ ਨੂੰ ਪੁੱਟ ਕੇ ਉਹ ਬਾਹਰ ਸੁੱਟ ਦਿੰਦਾ ਹੈ, ਉਹਨਾਂ ਨੂੰ ਜਗ੍ਹਾ ਨਹੀਂ ਦਿੰਦਾ ਆਪਣੇ ਅੰਦਰ। ਦੇਖੋ ਗੁਰਮੁਖ ਪਿਆਰਿਓ, ਖਾਣ ਵਾਲਾ ਸੀ ਬਹੁਤ ਧਿਆਨ ਦਿੱਤਾ, ਪਹਿਰਨ ਵਾਲਾ ਸੀ ਬਹੁਤ ਧਿਆਨ ਦਿੱਤਾ, ਸਾਫ ਸਫਾਈ ਵਾਲਾ ਸੀ ਬਹੁਤਾ ਧਿਆਨ ਦਿੰਦਿਆਂ ਦੇਣਾ ਵੀ ਚਾਹੀਦਾ, ਪਰ ਇਹ ਸਾਰਾ ਕੁਝ ਸਰੀਰ ਦੇ ਲਈ ਅਸੀਂ ਕੀਤਾ।
ਚੰਗਾ ਪੌਸ਼ਟਿਕ ਆਹਾਰ ਆਪਾਂ ਲੈਂਦੇ ਹਾਂ, ਵਿਆਮ ਆਪਾਂ ਕਰਦੇ ਹਾਂ, ਫਿਰ ਸਰੀਰ ਨੂੰ ਸੋਹਣਾ ਬਣਾਉਣ ਵਾਸਤੇ ਅਸੀਂ ਬਹੁਤ ਪੈਸਾ ਖਰਚਦੇ ਹਾਂ, ਸਮਾਂ ਲਗਾਉਂਦੇ ਹਾਂ। ਇਸ ਚਿਹਰੇ ਨੂੰ ਸੁੰਦਰ ਬਣਾਉਣ ਵਾਸਤੇ ਬਹੁਤਾ ਕੁਝ ਕਰਦੇ ਆ। ਇੱਥੋਂ ਤੱਕ ਕਈ ਤਾਂ ਐਸੇ ਵੀ ਨੇ ਜਿਹੜੇ ਲੱਖਾਂ ਰੁਪਈਆ ਲਗਾ ਕੇ, ਸਮਾਂ ਲਗਾ ਕੇ, ਤਾਕਤ ਲਗਾ ਕੇ ਆਪਣੀ ਪਲਾਸਟਿਕ ਸਰਜਰੀ ਵੀ ਕਰਵਾਉਂਦੇ ਨੇ ਵੀ ਅਸੀਂ ਸੋਹਣੇ ਦਿਸੀਏ। ਪਰ ਕਦੀ ਵੀ ਅਸੀਂ ਆਪਣੇ ਮਨ ਵੱਲ ਧਿਆਨ ਨਹੀਂ ਦਿੱਤਾ। ਮੈਂ ਕਿਤਾਬ ਪੜ੍ਹ ਰਿਹਾ ਸੀ, ਐਡਵਰਡ ਡੀ ਬੋਨੋ ਦੀ ਕਿਤਾਬ ਹੈ ਹਾਊ ਟੂ ਹੈਵ ਅ ਬਿਊਟੀਫੁਲ ਮਾਈਂਡ, ਕਿ ਤੁਹਾਡੇ ਕੋਲ ਇੱਕ ਸੁੰਦਰ ਮਨ ਕੈਸੇ ਹੋ ਸਕਦਾ ਹੈ। ਤੁਸੀਂ ਆਪਣੇ ਮਨ ਨੂੰ ਸੋਹਣਾ ਕਿਵੇਂ ਬਣਾ ਸਕਦੇ ਹੋ, ਸੁੰਦਰ ਕਿਵੇਂ ਬਣਾ ਸਕਦੇ ਹੋ। ਮਹਾਰਾਜ ਕਹਿੰਦੇ ਮਨ ਸੁੰਦਰ ਆਪਣਾ, ਹਰ ਨਾਮ ਮਜੀਠੈ ਰੰਗਰੀ। ਕਿਹੜਾ ਢੰਗ ਹੈ, ਕਿਹੜੀ ਵਿਧੀ ਹੈ, ਕਿਹੜਾ ਤਰੀਕਾ ਹੈ ਜਿਸ ਨਾਲ ਤੁਸੀਂ ਆਪਣੇ ਮਨ ਨੂੰ ਖੂਬਸੂਰਤ ਬਣਾ ਸਕਦੇ ਹੋ, ਸੋਹਣਾ ਬਣਾ ਸਕਦੇ ਹੋ। ਬਹੁਤ ਵਾਰੀ ਮੈਂ ਬੇਨਤੀ ਕਰਦਾ ਹੁੰਦਾ ਕਿ ਜਦੋਂ ਅਸੀਂ ਕੋਈ ਚੀਜ਼ ਖਾਂਦੇ ਹਾਂ, ਅਸੀਂ ਧਿਆਨ ਦਿੰਦੇ ਹਾਂ ਵੀ ਪੌਸ਼ਟਿਕ ਹੈ, ਪਰ ਜਦੋਂ ਅਸੀਂ ਸੋਚਦੇ ਹਾਂ ਉਦੋਂ ਬਿਲਕੁਲ ਧਿਆਨ ਨਹੀਂ ਦਿੰਦੇ ਵੀ ਇਹ ਸੋਚਣ ਦੇ ਲਾਇਕ ਹੈ। ਵਿਚਾਰਾਂ ਦੀ ਲੜੀ ਜਦੋਂ ਬਣਦੀ ਹੈ, ਉਹ ਕਾਮ ਨਾਲ ਹੈ, ਕ੍ਰੋਧ ਨਾਲ ਹੈ, ਲੋਭ ਨਾਲ ਹੈ, ਮੋਹ ਨਾਲ ਸੰਬੰਧਿਤ ਹੈ। ਉਹ ਲੜੀ ਬਣਦੀ ਰਹਿੰਦੀ ਹੈ। ਅਸੀਂ ਤਲੀਨ ਹੋ ਕੇ ਵਿਚਾਰ ਸੋਚਦੇ ਰਹਿੰਦੇ ਹਾਂ, ਪਰ ਅਸੀਂ ਕਦੀ ਵੀ ਨਿਰਖਣ ਨਹੀਂ ਕੀਤਾ ਕਿ ਇਹ ਸੋਚਣ ਵਾਲੀ ਗੱਲ ਹੈ ਕਿ ਨਹੀਂ ਹੈ। ਜਦੋਂ ਤੁਸੀਂ ਬੇਧਿਆਨਾ ਸੋਚੋਗੇ, ਫਿਰ ਤੁਹਾਡੇ ਮਨ ਦੇ ਅੰਦਰ ਕੂੜ ਕਬਾੜ ਗੰਦਗੀ ਇਕੱਠੀ ਸ਼ੁਰੂ ਹੋਣੀ ਹੋ ਜਾਏਗੀ। ਔਰ ਜਿਵੇਂ ਜਿਵੇਂ ਗੰਦਗੀ ਵਧੇਗੀ, ਕੂੜ ਕਬਾੜ ਵਧੇਗਾ, ਮਾੜੇ ਖੋਟੇ ਵਿਚਾਰਾਂ 'ਚ ਵਾਧਾ ਹੋਏਗਾ। ਤੇ ਮਨ ਦਾ ਪਿਆਰੋ ਇੱਕ ਸੁਭਾਅ ਹੈ। ਸੁਭਾਅ ਇਹ ਹੈ ਕਿ ਕੋਈ ਇੱਕ ਵਿਚਾਰ ਕੱਲਾ ਨਹੀਂ ਹੁੰਦਾ। ਜੈਸੇ ਮੰਨ ਲਵੋ ਤੁਸੀਂ ਕੋਈ ਵਿਚਾਰ ਜੋ ਤੁਹਾਡੇ ਪਾਸਟ ਨਾਲ ਸੰਬੰਧਿਤ ਸੀ ਤੁਸੀਂ ਸੋਚਿਆ ਹੈ, ਉਹ ਕੱਲਾ ਨਹੀਂ ਆਏਗਾ, ਉਹਦੇ ਨਾਲ ਸੈਂਕੜੇ ਵਿਚਾਰ ਹੋਰ ਆ ਜਾਣਗੇ, ਬਿਲਕੁਲ ਉਹਦੇ ਨਾਲ ਰਲਦੇ ਮਿਲਦੇ। ਜਿਸ ਤਰ੍ਹਾਂ ਤੁਸੀਂ ਲਾਅ ਆਫ ਗ੍ਰੈਵਿਟੀ ਪੜ੍ਹਦੇ ਹੋ, ਲਾਅ ਆਫ ਅਟਰੈਕਸ਼ਨ ਪੜ੍ਹਦੇ ਹੋ। ਲਾਅ ਆਫ ਗ੍ਰੈਵਿਟੀ ਕਿਵੇਂ ਕੰਮ ਕਰਦੀ ਹੈ? ਇਹ ਧਰਤੀ ਸਾਨੂੰ ਖਿੱਚਦੀ ਹੈ। ਅਗਰ ਇਹ ਖਿੱਚੇ ਨਾ, ਅਗਰ ਇਹ ਸਾਨੂੰ ਫੜ ਕੇ ਨਾ ਰੱਖੇ ਤੇ ਅਸੀਂ ਸਪੇਸ ਦੇ ਅੰਦਰ ਗੁੰਮ ਹੋ ਜਾਵਾਂਗੇ, ਗਵਾਚ ਜਾਵਾਂਗੇ। ਇਸੇ ਤਰ੍ਹਾਂ ਬਿਲਕੁਲ ਲਾਅ ਆਫ ਅਟਰੈਕਸ਼ਨ ਕੰਮ ਕਰਦਾ ਹੈ ਕਿ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਖਿੱਚਦੀਆਂ ਨੇ, ਕੁਝ ਚੀਜ਼ਾਂ ਨਹੀਂ ਬਲਕਿ ਅਸੀਂ ਸਾਰੇ ਹੀ ਇੱਕ ਦੂਜੇ ਨੂੰ ਖਿੱਚਦੇ ਹਾਂ। ਇਸ ਸੰਸਾਰ ਦੇ ਅੰਦਰ ਜੋ ਵੀ ਹੈ, ਜੈਸਾ ਵੀ ਹੈ, ਉਹ ਹਰੇਕ ਚੀਜ਼ ਤੇ ਆਪਣਾ ਪ੍ਰਭਾਵ ਪਾਉਂਦਾ ਹੈ। ਬੁਰਾ ਪਾਏ, ਮਾੜਾ ਪਾਏ, ਚੰਗਾ ਪਾਏ, ਭਲਾ ਪਾਏ, ਪ੍ਰਭਾਵ ਸਾਰੇ ਅਸੀਂ, ਕੁਝ ਤੁਹਾਡੇ ਤੇ ਪਾਉਂਦੇ ਨੇ, ਕਈਆਂ ਤੇ ਤੁਸੀਂ ਪਾਉਂਦੇ ਹੋ। ਇੱਕ ਵਿਚਾਰ ਕੱਲਾ ਨਹੀਂ ਆਏਗਾ, ਉਹ ਆਪਣੇ ਨਾਲ ਰਲਦੇ ਮਿਲਦੇ ਵਿਚਾਰਾਂ ਨੂੰ ਖਿੱਚੇਗਾ। ਜੈਸੇ ਕਈ ਬੰਦੇ ਡਿਪਰੈਸ਼ਨ 'ਚ ਚਲੇ ਜਾਂਦੇ ਨੇ, ਉਦਾਸ ਹੋ ਜਾਂਦੇ ਨੇ, ਚਿੰਤਿਤ ਹੋ ਜਾਂਦੇ ਨੇ, ਦੁਖੀ ਹੋ ਜਾਂਦੇ ਨੇ। ਇੱਕ ਚਿੰਤਾ ਨਾਲ ਸੰਬੰਧਿਤ ਵਿਚਾਰ ਅਗਰ ਤੁਹਾਡੇ ਮਨ 'ਚ ਆ ਗਿਆ, ਫਿਰ ਤੁਸੀਂ ਲੜੀ ਨੂੰ ਰੋਕ ਨਹੀਂ ਪਾਓਗੇ, ਉਹ ਫਿਰ ਚੱਲਦੀ ਰਹੇਗੀ। ਕਿਉਂਕਿ ਮਨ ਦੇ ਕੰਮ ਕਰਨ ਦਾ ਢੰਗ ਹੀ ਐਸਾ ਹੈ। ਤੁਸੀਂ ਰਤੀ ਮਾਤਰ ਜਗ੍ਹਾ ਦੇ ਦਿਓ, ਬਸ ਥੋੜੀ ਜੀ ਜਗ੍ਹਾ ਦਿੱਤੀ ਨਹੀਂ, ਤੇ ਫਿਰ ਤੁਸੀਂ ਉਸ ਲੜੀ ਨੂੰ ਠਹਿਰਾ ਨਹੀਂ ਪਾਓਗੇ। ਕਿਉਂਕਿ ਤੁਹਾਡਾ ਮਨ ਵਿਚਾਰਾਂ ਚੋਂ ਭੋਜਨ ਪ੍ਰਾਪਤ ਕਰਦਾ ਹੈ, ਵਿਚਾਰਾਂ ਦੀ ਖੁਰਾਕ ਹੈ, ਵਿਚਾਰਾਂ ਦਾ ਰਸ ਹੈ। ਉਹ ਫਿਰ ਰਸ ਲੈਣਾ ਸ਼ੁਰੂ ਕਰ ਦਿੰਦਾ ਹੈ। ਉਹ ਚੰਗਾ ਹੈ ਕਿ ਮੰਦਾ ਹੈ, ਮਸਲਾ ਇਹ ਨਹੀਂ, ਬਸ ਲੜੀ ਚੱਲਦੀ ਰਹਿਣੀ ਹੈ। ਜਿੱਥੇ ਪਿਆਰਿਓ ਅਸੀਂ ਆਪਣੇ ਤਨ ਨੂੰ ਸੋਹਣਾ ਬਣਾਉਂਦੇ ਆ ਨਾ, ਉੱਥੇ ਥੋੜਾ ਜਿਹਾ ਧਿਆਨ ਆਪਣੇ ਮਨ ਵੱਲ ਦਈਏ। ਅਗਰ ਮਨ ਵੱਲ ਧਿਆਨ ਨਹੀਂ ਦਿਆਂਗੇ, ਭਟਕਣਾ ਬਣੀ ਰਹੇਗੀ। ਤੁਸੀਂ ਫਿਰ ਇਹ ਗਿਲਾ ਕਰਦੇ ਹੀ ਰਹੋਗੇ ਕਿ ਮੇਰਾ ਮਨ ਸ਼ਾਂਤ ਨਹੀਂ ਹੁੰਦਾ, ਦਿਨੇ ਚੈਨ ਨਹੀਂ ਮਿਲਦਾ, ਰਾਤ ਨੂੰ ਨੀਂਦ ਨਹੀਂ ਆਉਂਦੀ, ਮੇਰਾ ਮਨ ਭਟਕਦਾ ਰਹਿੰਦਾ ਹੈ, ਮੇਰਾ ਮਨ ਤਪਦਾ ਰਹਿੰਦਾ ਹੈ। ਤਪੇਗਾ। ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵਿਲ ਲਾਏ। ਤੇ ਵਿਲਕੋਗੇ। ਦੇਖੋ ਨਾ, ਉਸ ਬੰਦੇ ਨੂੰ ਤੁਸੀਂ ਕੀ ਕਹੋਗੇ ਜਿਹੜੇ ਬੰਦੇ ਨੇ ਚੁੱਲ੍ਹੇ ਤੇ ਪਾਣੀ ਰੱਖਿਆ,
ਤੇ ਉਹ ਹੇਠਾਂ ਉਹਦੇ ਅੱਗ ਬਾਲੀ ਜਾ ਰਿਹਾ ਹੈ, ਤੇ ਫਿਰ ਪਾਣੀ 'ਚ ਫੂਕਾਂ ਮਾਰਦਾ ਹੈ, ਤੇ ਫੂਕਾਂ ਮਾਰ ਕੇ ਕਹਿੰਦਾ ਵੀ ਪਾਣੀ ਠੰਡਾ ਨਹੀਂ ਹੁੰਦਾ, ਗਿਲਾ ਕਰਦਾ। ਉਧਰੋਂ ਨਾਲ ਅੱਗ ਵੀ ਬਾਲੀ ਜਾ ਰਿਹਾ ਹੈ, ਤੇ ਉਧਰੋਂ ਇਹ ਵੀ ਗਿਲਾ ਕਰਦਾ ਵੀ ਪਾਣੀ ਠੰਡਾ ਕਿਉਂ ਨਹੀਂ ਹੋ ਰਿਹਾ, ਪਾਣੀ ਠੰਡਾ ਹੋਣਾ ਚਾਹੀਦਾ ਸੀ। ਕਿ ਤੁਹਾਨੂੰ ਲੱਗਦਾ ਵੀ ਐਸੇ ਪਾਣੀ ਠੰਡਾ ਹੋ ਸਕਦਾ? ਦੱਸੋ। ਬਲਕਿ ਜਿੰਨੀ ਅੱਗ ਬਾਲੋਗੇ ਓਨਾ ਪਾਣੀ ਜ਼ਿਆਦਾ ਉਬਾਲੇ ਮਾਰੇਗਾ। ਇਸੇ ਤਰ੍ਹਾਂ ਹੀ ਮੇਰੀ ਤੇ ਤੁਹਾਡੀ ਹਾਲਤ ਹੈ। ਅਸੀਂ ਕਹਿੰਦੇ ਆ ਮਨ ਸ਼ਾਂਤ ਨਹੀਂ ਹੁੰਦਾ, ਇਹ ਕਹਿਣਾ ਬਿਲਕੁਲ ਗਲਤ ਹੈ। ਮਨ ਸ਼ਾਂਤ ਨਹੀਂ ਹੁੰਦਾ, ਮਨ ਸ਼ਾਂਤ ਹੋ ਹੀ ਨਹੀਂ ਸਕਦਾ। ਤੁਸੀਂ ਕਹੋਗੇ ਭਾਈ ਸਾਹਿਬ ਇਹ ਕੀ ਕਹਿ ਰਹੇ ਹੋ, ਮਨ ਸ਼ਾਂਤ ਕਿਉਂ ਨਹੀਂ ਹੋ ਸਕਦਾ? ਅਸਲ ਮਾਇਨਿਆਂ ਦੇ ਅੰਦਰ ਪਿਆਰਿਓ ਮਨ ਅਸ਼ਾਂਤ ਹੁੰਦਾ ਹੈ, ਸ਼ਾਂਤ ਤੇ ਉਹਦਾ ਸੁਭਾਅ ਹੀ ਹੈ। ਅਸੀਂ ਮਨ ਨੂੰ ਪਹਿਲਾਂ ਅਸ਼ਾਂਤ ਕਰਦੇ ਹਾਂ ਤੇ ਫਿਰ ਉਹਨੂੰ ਸ਼ਾਂਤ ਕਰਨ ਦਾ ਢੰਗ ਲੱਭਦੇ ਹਾਂ। ਅਸੀਂ ਪਹਿਲਾਂ ਪਾਣੀ ਹੇਠਾਂ ਅੱਗ ਬਾਲਦੇ ਹਾਂ ਤੇ ਫਿਰ ਸੋਚਦੇ ਹਾਂ ਹੁਣ ਫੂਕਾਂ ਨਾਲ ਪਾਣੀ ਜਿਹੜਾ ਹੈ ਉਹ ਠੰਡਾ ਹੋ ਜਾਏਗਾ। ਨਹੀਂ ਹੋਏਗਾ। ਅਗਰ ਪਾਣੀ ਨੂੰ ਠੰਡਾ ਕਰਨਾ ਹੈ, ਸ਼ੀਤਲ ਕਰਨਾ ਹੈ, ਪਾਣੀ ਦਾ ਤੇ ਸੁਭਾਅ ਹੀ ਸ਼ੀਤਲਤਾ ਵਾਲਾ ਹੈ। ਚੁੱਕ ਕੇ ਪਾਣੀ ਨੂੰ ਚੁੱਲ੍ਹੇ ਤੋਂ ਥੱਲੇ ਲਾ ਦਿਓ ਜਾਂ ਅੱਗ ਬਾਲਣੀ ਬੰਦ ਕਰ ਦਿਓ, ਪਾਣੀ ਸ਼ਾਂਤ ਹੋ ਜਾਏਗਾ, ਆਪਣੇ ਆਪ ਸ਼ੀਤਲ ਹੋ ਜਾਏਗਾ। ਅਗਰ ਤੁਸੀਂ ਮਨ ਨੂੰ ਸ਼ਾਂਤ ਕਰਨਾ ਚਾਹੁੰਦੇ ਹੋ ਤੇ ਗੁਰੂ ਦੇ ਇਹਨਾਂ ਬਚਨਾਂ ਨੂੰ ਪੱਲੇ ਬੰਨ ਲਓ। ਕਿਹੜੇ ਬਚਨਾਂ ਨੂੰ? ਰੇ ਮਨ ਡੀਗ ਨਾ ਡੋਲੀਐ, ਕਿ ਵਿਕਾਰਾਂ ਦੀ ਅੱਗ ਬਾਲਣੀ ਸ਼ੁਰੂ ਕਰ ਦਿਓ, ਵਿਕਾਰਾਂ ਨੂੰ ਆਪਣੇ ਮਨ 'ਚ ਜਗ੍ਹਾ ਦੇਣੀ ਬੰਦ ਕਰ ਦਿਓ। ਜਦੋਂ ਜਗ੍ਹਾ ਨਾ ਦਿਓਗੇ ਮਨ ਆਪਣੇ ਆਪ ਹੀ ਪਿਆਰਿਓ ਸ਼ਾਂਤ ਹੋ ਜਾਏਗਾ। ਅਗਰ ਤੁਸੀਂ ਈਰਸ਼ਾ, ਦਵੈਸ਼, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਵਿਚਾਰ ਵੀ ਆਪਣੇ ਅੰਦਰ ਸੰਭਾਲੀ ਬੈਠੇ ਹੋ ਤੇ ਫਿਰ ਕਹਿੰਦੇ ਹੋ ਮਨ ਸ਼ਾਂਤ ਹੋ ਜਾਏ, ਨਹੀਂ ਸ਼ਾਂਤ ਹੋਏਗਾ। ਮਹਾਰਾਜ ਕਹਿੰਦੇ ਮਨ ਕਠੋਰ ਸ਼ਬਦ ਭੇਦ ਤੂੰ, ਸ਼ਾਂਤ ਵਸੈ ਮਨ ਆਏ। ਕਹਿੰਦੇ ਜਿਹੜਾ ਤੇਰਾ ਮਨ ਕਠੋਰ ਹੋਇਆ ਪਿਆ ਨਾ, ਇਹਨੂੰ ਸ਼ਬਦ ਦੇ ਜਰੀਏ, ਸ਼ਬਦ ਦੇ ਜਰੀਏ ਵਿੰਨ। ਜਦੋਂ ਤੂੰ ਇਹਨੂੰ ਵਿੰਨੇਗਾ ਫਿਰ ਕੀ ਹੋਏਗਾ? ਮਨ ਕਠੋਰ ਸ਼ਬਦ ਭੇਦ ਤੂੰ, ਸ਼ਾਂਤ ਵਸੈ ਮਨ ਆਏ। ਤੇ ਫਿਰ ਤੇਰਾ ਮਨ ਸ਼ਾਂਤ ਹੋਏਗਾ। ਵਿਕਾਰਾਂ 'ਚ ਵੇੜਿਆ ਹੋਇਆ ਮਨ ਕਦੀ ਸ਼ਾਂਤ ਨਹੀਂ ਹੋ ਸਕਦਾ। ਜਿਹੜਾ ਮਨ ਮਹਾਰਾਜ ਕਹਿੰਦੇ ਵਿੰਗਾ ਡੇਢਾ ਚੱਲਦਾ ਉਹ ਕਦੀ ਸ਼ਾਂਤ ਨਹੀਂ ਹੋ ਸਕਦਾ। ਸ਼ਾਂਤ ਉਹ ਮਨ ਹੁੰਦਾ ਹੈ ਜਿਹਦੇ ਲਈ ਮਹਾਰਾਜਾ ਸ਼ਬਦ ਵਰਤਦੇ ਨੇ, ਮਨ ਕਠੋਰ ਸ਼ਬਦ ਭੇਦ ਤੂੰ, ਸ਼ਾਂਤ ਵਸੈ ਮਨ ਆਏ। ਸ਼ਾਂਤੀ ਵਿੱਚ ਕਾਰ ਕਮਾਵਣੀ, ਸਾ ਖਸਮ ਪਾਏ ਥਾਏ। ਜਿਹੜੀ ਕਾਰ ਤੁਸੀਂ ਸ਼ਾਂਤ ਹੋ ਕੇ ਕੀਤੀ ਹੈ ਉਹ ਮਾਲਕ ਦੇ ਦਰ ਤੇ ਪ੍ਰਵਾਨ ਚੜ੍ਹਦੀ ਹੈ। ਅਸ਼ਾਂਤ ਬੰਦਾ ਕੇਵਲ ਅਸ਼ਾਂਤੀ ਵੰਡੇਗਾ, ਦੁਖੀ ਬੰਦਾ ਕੇਵਲ ਦੁੱਖ ਵੰਡੇਗਾ, ਪਰੇਸ਼ਾਨ ਬੰਦਾ ਕੇਵਲ ਪਰੇਸ਼ਾਨੀਆਂ ਵੰਡੇਗਾ। ਜਿਹੜਾ ਬੰਦਾ ਸੁਖੀ ਹੈ, ਆਨੰਦ ਦੇ ਚ ਹੈ, ਉਹ ਆਨੰਦ ਵੰਡੇਗਾ। ਜਿਹੜਾ ਬੰਦਾ ਸ਼ਾਂਤ ਹੈ ਉਹ ਸ਼ਾਂਤੀ ਵੰਡੇਗਾ। ਜਿਹੜਾ ਬੰਦਾ ਪਰੇਸ਼ਾਨ ਹੈ ਉਹ ਪਰੇਸ਼ਾਨੀਆਂ ਤੋਂ ਸਿਵਾ ਕੀ ਦੇ ਸਕਦਾ ਹੈ? ਭਾਈ ਗੁਰਦਾਸ ਜੀ ਕਹਿੰਦੇ ਦਿੱਤਾ ਲਈਏ ਆਪਣਾ, ਅਣ ਦਿੱਤਾ ਕਛ ਹੱਥ ਨਾ ਆਵੇ। ਜਿਹੜੀ ਚੀਜ਼ ਤੁਸੀਂ ਦਿੰਦੇ ਹੋ ਤੁਹਾਨੂੰ ਮਿਲ ਜਾਂਦੀ ਹੈ, ਜਿਹੜੀ ਮਿਲ ਜਾਂਦੀ ਹੈ ਤੁਹਾਡੇ ਕੋਲ ਹੋਰ ਵਾਧਾ ਹੋ ਜਾਂਦਾ ਹੈ। ਆਸਮਾਨ ਵੱਲ ਤੁਸੀਂ ਪੱਥਰ ਸਿੱਟ ਦਿਓ, ਪੱਥਰ ਤੁਹਾਡੇ ਸਿਰ ਤੇ ਆਉਣੇ ਨੇ। ਆਸਮਾਨ ਵੱਲ ਤੁਸੀਂ ਫੁੱਲ ਸਿੱਟ ਦਿਓ, ਫੁੱਲ ਤੁਹਾਡੇ ਤੇ ਆਉਣੇ ਨੇ। ਖੂਹ 'ਚ ਜਿਹੜੀ ਆਵਾਜ਼ ਤੁਸੀਂ ਦਿੱਤੀ, ਆਵਾਜ਼ ਵਾਪਸ ਤੁਹਾਡੇ ਕੋਲ ਆਉਣੀ ਹੈ। ਅਸੀਂ ਅਸ਼ਾਂਤੀ ਦਿੰਦੇ ਆ, ਅਸ਼ਾਂਤੀ ਫਿਰ ਵਾਪਸ ਆ ਜਾਂਦੀ ਹੈ। ਮਨਮੁਖ ਦੁੱਖ ਕਾ ਖੇਤ ਹੈ, ਦੁੱਖ ਬੀਜੈ ਦੁੱਖ ਖਾਏ। ਦੁੱਖ ਦਿੱਤੇ ਫਿਰ ਦੁੱਖ ਵਾਪਸ ਆ ਗਏ, ਦੁੱਖਾਂ ਦੇ ਪਹਾੜ ਬਣ ਗਏ। ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਸਿਓ ਕੋਏ। ਦੁੱਖ ਹੀ ਦੁੱਖ ਨੇ, ਭਰੇ ਪਏ ਆ। ਜਿਹੜੀ ਚੀਜ਼ ਨਾਲ ਅਸੀਂ ਨੱਕੋ ਨੱਕ ਭਰੇ ਆ ਅੱਗੇ ਦੇਈ ਜਾ ਰਹੇ ਆ। ਮਨ ਕਠੋਰ ਸ਼ਬਦ ਭੇਦ ਤੂੰ, ਸ਼ਾਂਤ ਵਸੈ ਮਨ ਆਏ। ਮਹਾਰਾਜ ਕਹਿੰਦੇ ਸ਼ਾਂਤੀ ਵਿਚਕਾਰ ਕਮਾਵਣੀ, ਸਾ ਖਸਮ ਪਾਏ ਥਾਏ। ਪਹਿਲੇ ਸ਼ਲੋਕ ਦੇ ਅੰਦਰ ਗੁਰਦੇਵ ਜੀ ਸਾਨੂੰ ਸਮਝਾਉਂਦੇ ਨੇ, ਹੇ ਮੇਰੇ ਮਨ, ਆ ਜੋ ਵਿਕਾਰਾਂ ਵਾਲਾ ਰਸਤਾ ਇਹਨੂੰ ਤਿਆਗ ਦੇ ਤੇ ਸਿੱਧਾ ਰਖਤਾ ਅਖਤਿਆਰ ਕਰ। ਪਾਛੇ ਬਾਗ ਡਰਾਵਣੋ, ਆਗੇ ਅਗਨ ਤਲਾਓ। ਜੋ ਤੁਸੀਂ ਅੱਜ ਕਰ ਲਿਆ ਨਾ ਪਿਆਰਿਓ, ਉਹਨੇ ਤੁਹਾਡਾ ਆਉਣ ਵਾਲਾ ਸਮਾਂ ਬਣਾਉਣਾ ਹੈ। ਜੋ ਤੁਹਾਡੇ ਪਿੱਛੇ ਚਲਾ ਗਿਆ, ਜੇਕਰ ਉਹ ਤਪਸ਼ ਨਾਲ ਭਰਿਆ ਹੋਇਆ ਹੈ ਤੇ ਸਮਝੋ ਅੱਗੇ ਵੀ ਤਪਸ਼ ਹੋਏਗੀ। ਜਿਹੜਾ ਤੁਸੀਂ ਅੱਜ ਬੀਜ ਬੀਜਿਆ ਫਲੀਬੂਤ ਤੇ ਕੱਲ ਨੂੰ ਹੀ ਹੋਣਾ ਨਾ ਉਹਨੇ। ਅੱਜ ਬੀਜਣ ਲੱਗਿਆ ਵਿਚਾਰੋ ਵੀ ਕੀ ਤੁਸੀਂ ਬੀਜਣਾ ਹੈ।
ਵੱਢਣ ਲੱਗਿਆ ਤੇ ਮਹਾਰਾਜ ਕਹਿੰਦੇ ਜੋ ਬੀਜੈ ਸੋ ਲੂਣਾ, ਕਰਮਾ ਸੰਦੜਾ ਖੇਤ। ਜੋ ਤੁਸੀਂ ਬੀਜਿਆ ਵੱਢਣਾ ਉਹ ਹੀ ਪੈਣਾ ਹੈ। ਮਹਾਰਾਜ ਕਹਿੰਦੇ ਸਿਆਣਾ ਬੰਦਾ ਬੀਜਣ ਲੱਗਿਆ ਧਿਆਨ ਰੱਖਦਾ ਬੀਜਣਾ ਕੀ ਹੈ। ਉਹ ਨਹੀਂ ਬੀਜਦਾ। ਰੋਜ਼ਾਨਾ ਤੁਸੀਂ ਪਾਵਨ ਬਾਣੀ ਪੜ੍ਹਦੇ ਹੋ ਆਨੰਦ ਸਾਹਿਬ, ਮਹਾਰਾਜ ਕਹਿੰਦੇ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੁਤਾਈਐ। ਮਹਾਰਾਜ ਕਹਿੰਦੇ ਜਿਤ ਕੀਤਾ ਪਾਈਏ ਆਪਣਾ, ਸਾਕਾਲ ਬੁਰੀ ਕਿਉਂ ਘਾਲੀਐ। ਜਿੱਦਾਂ ਅੱਜ ਦੁਖੀ ਉਹਦਾ ਕੱਲ ਦੁਖੀ ਹੈ। ਜਿਹਨੇ ਅੱਜ ਚੰਗਾ ਬੀਜਿਆ ਉਹ ਕੱਲ ਨੂੰ ਚੰਗਾ ਜੀਵਨ ਮਾਣੇਗਾ। ਇਹੀ ਗੱਲ ਮਹਾਰਾਜ ਜੀ ਕਹਿੰਦੇ ਪਾਛੇ ਬਾਗ ਡਰਾਵਣੋ। ਜੇਕਰ ਤੁਹਾਡਾ ਪਿਛਲਾ ਜੀਵਨ ਅੱਤ ਦਾ ਦੁਖੀ ਰਿਹਾ ਹੈ ਤੇ ਕੀ ਤੁਸੀਂ ਇਹ ਕਲਪਨਾ ਕਰ ਸਕਦੇ ਹੋ ਤੁਹਾਡਾ ਆਉਣ ਵਾਲਾ ਜੀਵਨ ਸੁਖੀ ਰਹੇਗਾ? ਨਹੀਂ ਰਹੇਗਾ। ਆਗੈ ਸੁਖ ਮੇਰੇ ਮੀਤਾ, ਪਾਛੈ ਆਨੰਦ ਪ੍ਰਭ ਕੀਤਾ। ਅੱਜ ਵੱਲ ਧਿਆਨ ਦਿਓ। ਅੱਜ ਚੋਂ ਹੀ ਤੁਹਾਡਾ ਪਾਸਟ ਤੇ ਅੱਜ ਤੋਂ ਹੀ ਤੁਹਾਡਾ ਭਵਿੱਖ। ਸਹਿਸੇ ਜਿਅਰਾ ਪਰ ਹਰੈ, ਉਹ ਮਾਕੋ ਅਵਰ ਨਾ ਢੰਗ। ਮਹਾਰਾਜ ਕਹਿੰਦੇ ਸਹਿਸਿਆਂ ਨਾਲ ਜਿਅਰਾ ਭਰਿਆ ਹੋਇਆ ਹੈ। ਮਹਾਰਾਜ ਕਹਿੰਦੇ ਹੋਰ ਕੋਈ ਢੰਗ ਨਹੀਂ, ਹੋਰ ਕੋਈ ਤਰੀਕਾ ਨਹੀਂ। ਬਿਨਾਂ ਗੁਰੂ ਤੋਂ, ਬਿਨਾਂ ਗੁਰੂ ਦੀ ਬਖਸ਼ਿਸ਼ ਤੋਂ ਗੁਰੂ ਦੀ ਓਟ ਲਓ, ਗੁਰੂ ਦਾ ਸਹਾਰਾ ਲਓ, ਜਿਸ ਦੇ ਨਾਲ ਮਨ ਚੋਂ ਵਿਕਾਰ ਖਤਮ ਹੁੰਦੇ ਨੇ, ਮਨ ਦੀ ਕਠੋਰਤਾ ਮੁੱਕਦੀ ਹੈ ਤੇ ਮਨ ਪਵਿੱਤਰ ਹੋ ਜਾਂਦਾ ਹੈ। ਕਬੀਰ ਮਨ ਨਿਰਮਲ ਪਿਆ ਜੈਸਾ ਗੰਗਾ ਨੀਰ। ਨਾਨਕ ਗੁਰਮੁਖ ਛੂਟੀਐ ਹਰ ਪ੍ਰੀਤਮ ਸਿਉ ਸੰਗ। ਇੱਕੋ ਢੰਗ ਹੈ, ਇੱਕੋ ਢੰਗ ਹੈ ਗੁਰੂ ਦੀ ਬਖਸ਼ਿਸ਼ ਦੇ ਨਾਲ ਪਰਿਪੂਰਨ ਪ੍ਰਮਾਤਮਾ ਦੀ ਕਿਰਪਾ ਨੂੰ ਪ੍ਰਾਪਤ ਕਰ ਲੈਣਾ। ਜਿਨ੍ਹਾਂ ਦਾ ਮੁਖ ਗੁਰੂ ਵੱਲ ਹੈ, ਜਿਨ੍ਹਾਂ ਨੇ ਗੁਰੂ ਦੀ ਟੇਕ ਤੇ ਗੁਰੂ ਦਾ ਸਹਾਰਾ ਲਿਆ ਹੈ, ਉਹ ਛੁੱਟ ਜਾਂਦੇ ਨੇ। ਕਿੱਥੋਂ ਛੁੱਟ ਜਾਂਦੇ ਨੇ ਜੀ? ਮਨ ਦੀ ਕਠੋਰਤਾ ਤੋਂ, ਮਨ ਦੇ ਵਿਕਾਰਾਂ ਤੋਂ, ਮਨ ਦੇ ਦਵੈਸ਼ ਤੋਂ, ਈਰਸ਼ਾ ਤੋਂ ਮੁਕਤ ਹੋ ਜਾਂਦੇ ਨੇ। ਬਾਗ ਮਰੈ ਮਨ ਮਾਰੀਏ ਜਿਸ ਸਤਿਗੁਰ ਦਿਖਿਆ ਹੋਏ। ਫਿਰ ਦੁਬਾਰਾ ਮਹਾਰਾਜ ਜੀ ਉਸ ਗੱਲ ਨੂੰ ਦੁਹਰਾਉਂਦੇ ਨੇ। ਕਹਿੰਦੇ ਜਿਹੜੇ ਇਹ ਮਨ ਦੇ ਅੰਦਰ ਬਗਿਆੜ ਹੈ ਨਾ, ਕਠੋਰਤਾ ਦਾ, ਵਿਕਾਰਾਂ ਦਾ, ਵਾਸ਼ਨਾਵਾਂ ਦਾ, ਇਹ ਕਦੋਂ ਮਰੇਗਾ? ਜਦੋਂ ਗੁਰੂ ਦੀ ਦੀਖਿਆ, ਗੁਰੂ ਦਾ ਉਪਦੇਸ਼, ਗੁਰੂ ਦੀ ਸਿੱਖਿਆ ਤੁਸੀਂ ਪ੍ਰਾਪਤ ਕਰ ਲਓਗੇ। ਫਿਰ ਤੁਹਾਡੇ ਅੰਦਰੋਂ ਇਹ ਬਗਿਆੜ, ਜਿਹੜਾ ਬਗਿਆੜ ਤੁਹਾਡੇ ਆਤਮਿਕ ਆਨੰਦ ਨੂੰ, ਆਤਮਿਕ ਸ਼ਾਂਤੀ ਨੂੰ, ਅੰਦਰ ਦੇ ਸਹਿਜ ਨੂੰ, ਅੰਦਰ ਦੇ ਟਿਕਾਓ ਨੂੰ ਖਾਈ ਜਾ ਰਿਹਾ ਹੈ। ਬੰਦਾ ਦੁਖੀ ਹੈ ਕਿਉਂ? ਕਿਉਂਕਿ ਉਹਨੂੰ ਅੰਦਰੋਂ ਟਿਕਾ ਨਹੀਂ ਮਿਲਦਾ ਪਿਆ। ਬੰਦਾ ਪਰੇਸ਼ਾਨ ਹੀ ਤਾਂ ਹੈ ਕਿਉਂਕਿ ਉਹਨੂੰ ਅੰਦਰੋਂ ਸਹਿਜ ਨਹੀਂ ਮਿਲਦਾ ਪਿਆ। ਔਰ ਪਿਆਰਿਓ, ਜਿਹੜਾ ਅੰਦਰੋਂ ਪਰੇਸ਼ਾਨ ਹੈ, ਦੁਖੀ ਹੈ, ਦੁਨੀਆ ਦੇ ਭਾਵੇਂ ਸਾਰੇ ਪਦਾਰਥ ਉਹਦੇ ਕੋਲ ਹੋਣ, ਕੋਈ ਅਰਥ ਨਹੀਂ ਰੱਖਦੇ। ਬਾਗ ਮਰੈ ਮਨ ਮਾਰੀਐ ਜਿਸ ਸਤਿਗੁਰ ਦਿਖਿਆ ਹੋਏ। ਆਪ ਪਛਾਣੈ ਹਰ ਮਿਲੈ ਬਹੁੜ ਨਾ ਮਰਨਾ ਹੋਏ। ਹੁਣ ਥੋੜਾ ਜਿਹਾ ਧਿਆਨ ਦਿਆ ਜੇ। ਆਪ ਪਛਾਣੈ, ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਤੁਹਾਡਾ ਮਨ ਵਿਕਾਰਾਂ ਨਾਲ ਵਿਹੜਿਆ ਹੋਇਆ ਹੈ? ਕਈ ਦਫਾ ਨਾ ਅਸੀਂ ਗੁਰਬਾਣੀ ਪੜ੍ਹਦੇ ਹਾਂ, ਗੁਰੂ ਘਰ ਬੈਠੇ ਹੁੰਦੇ ਹਾਂ ਤੇ ਸਾਡੇ ਮਨ 'ਚ ਮਾੜੇ ਮਾੜੇ ਖਿਆਲ ਆਉਂਦੇ ਨੇ। ਮਾੜੇ ਮਾੜੇ ਖਿਆਲ, ਖੋਟੇ ਖੋਟੇ ਖਿਆਲ, ਕਾਮ ਕ੍ਰੋਧ ਨਾਲ ਲੰਪਿਤ ਖਿਆਲ। ਔਰ ਕਈ ਸੱਜਣਾ ਦਾ ਸਵਾਲ ਵੀ ਹੁੰਦਾ ਹੈ ਕਿ ਅੱਗੇ ਪਿੱਛੇ ਸਾਨੂੰ ਕਦੀ ਨਹੀਂ ਐਵੇਂ ਦੇ ਵਿਚਾਰ ਆਏ, ਪਰ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਆ ਨਾ, ਉਦੋਂ ਬੜੇ ਮਾੜੇ ਖਿਆਲ ਹੁੰਦੇ ਨੇ। ਐਸਾ ਕਿਉਂ ਹੁੰਦਾ ਹੈ? ਅੱਗੇ ਪਿੱਛੇ ਸਾਡਾ ਕੋਈ ਧਿਆਨ ਨਹੀਂ ਇੱਧਰ ਹੁੰਦਾ, ਪਰ ਜਦੋਂ ਅਸੀਂ ਗੁਟਕਾ ਸਾਹਿਬ ਖੋਲ ਲਿਆ, ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ, ਮਨ 'ਚ ਮਾੜੇ ਮਾੜੇ ਵਿਚਾਰ ਆਉਣੇ ਸ਼ੁਰੂ ਹੋ ਗਏ, ਮਨ ਉੱਧਰ ਨੂੰ ਦੌੜ ਗਿਆ। ਐਸਾ ਕਿਉਂ ਹੁੰਦਾ ਹੈ? ਗੁਰਮੁਖ ਪਿਆਰਿਓ, ਜੇ ਮੈਂ ਕਹਾਂ ਕਿ ਇਹ ਭਲਾ ਹੈ ਤੇ ਤੁਸੀਂ ਇਸ ਚੀਜ਼ ਨੂੰ ਭਲਾ ਨਹੀਂ ਸਮਝੋਗੇ। ਭਾਈ ਸਾਹਿਬ ਤੁਸੀਂ ਕੀ ਕਹਿ ਰਹੇ ਹੋ? ਤੇ ਮਾੜੇ ਵਿਚਾਰ ਨਹੀਂ ਆਉਣੇ ਚਾਹੀਦੇ। ਜਦੋਂ ਤੁਸੀਂ ਬਾਣੀ ਪੜ੍ਹਦੇ ਹੋ, ਜੇਕਰ ਮੈਲੇ ਵਿਚਾਰ ਆਉਂਦੇ ਨੇ ਤੇ ਤੁਹਾਨੂੰ ਸੁਚੇਤ ਹੋਣਾ ਚਾਹੀਦਾ ਹੈ ਕਿ ਬਿਮਾਰੀ ਹੈ।
जिस तरह मान लवो कोई परमात्मा ना करे तुहाडा मित्र सज्जन बीमार होवे, तुसीं हॉस्पिटल जाओ ते अगों डॉक्टर कहे भी इस बंदे नूं ते ब्लड की जरूरत है, तुसीं को भाई साहब मेरा ही लै लो। जैसे तुसीं ब्लड देण वास्ते जाओ, चैक किया जाए ते तुहाडे अंदर कोई दिक्कत कोई परेशानी निकल आवे, हुण ओह तुहाडे लई भला हो गया कि बुरा हो गया? पहला तुहानूं कोई नहीं सी पता बई अंदर कोई दुख है, अंदर कोई रोग है, पर तुसीं जैसे ही अपना ब्लड डोनेट करने वास्ते दिता, उहदा टैसट होया, पता लगा भी इहदे च फलानी बीमारी है, इस बंदे च रोग है। रोग की पहचान हो जानी, रोग का पता लग जाना, ये शुभ लक्षण है या अशुभ है जी? कई रोग ऐसे ने जिन्हां दा पता ही नहीं लगता, अखीर च जाके पता लगता है, बंदा उन्हें च खत्म हो जाता है। पर रोग का पता लग जाना चंगी गल है, क्योंकि रोग का पता लगेगा तुसीं दौड़ोगे, जेकर रोग का पता ही नहीं लगता फिर किवें इलाज करवाओगे? गुरबाणी पढ़दਿਆਂ तुहानूं पता लगा शीशा सी पर उहदे ते मिट्टी घट्टा सी जम्मिया होया, तुसीं मिट्टी घट्टे नूं परे कीता ते तुहानूं अपना चेहरा साफ दिसना शुरू हो गया। गुरबाणी ने की कीता, तुहाडे मन ते जिहड़ा मिट्टी घट्टा जम्मिया होया सी उस नूं हटा दिता ते तुहानूं दिखा दिता कि असल मायनिਆਂ दे अंदर तू आ है। तेरे च काम भी इन्ना है, तेरे च क्रोध भी इन्ना है, तेरे च लोभ भी इन्ना है। जिन्ना समा तुसीं अपने आप नूं देखोगे नहीं प्यारे, उन्ना समा पता किवें लगेगा कि तुहाडे अंदर कितने विकार ते वासनावां ने। जेकर नहीं देखोगे पता नहीं लगेगा, पता नहीं लगेगा तो इलाज कैसे होएगा? महाराज कहंदे दूजियां दी पड़चोल ना करया कर, अपनी भी पड़चोल कर लिया कर। सारा जीवन दूजियां नूं खोजदियां लंघ गया, दूजियां दी पड़ताल करदा लंघ गया, अपनी भी पड़ताल करया कर। नानक परख आप को तां पारख जान, जिहड़ा अपने आप नूं परखदा है, अपनी स्वै पड़चोल करदा है, स्वै निरीक्षण करदा है, उन्होंने पता लगता है मेरे अंदर क्रोध किन्ना है, काम किन्ना है, लोभ किन्ना है, हंकार किन्ना है, मन की कठोरता किन्नी है। और सहाई कौन है? गुरु की पवित्र बाणी। जो बाणी पढ़ोगे फिर बाणी बिल्कुल साफ कर देगी कि तुहाडे अंदर विकार वासनावां किन्नियां ने। कीचड़ हथ ना बूढ़ई, महाराज कहंदे जदों गुरु की पवित्र बाणी दे नाल तुहाडा संबंध बन गया ना, तो जिहड़ा चिक्कड़ है विकारां दा, काम क्रोध लोभ मोह हंकार दा, ये चिक्कड़ च फिर तुहाडा मन खचित नहीं होएगा। कबीर मन निर्मल पाया जैसा गंगा नीर, फिर मन आले दर्जे दा पवित्र हो जाएगा, पावन हो जाएगा। कीचड़ हाथ ना बूढ़ई, एका नदर निहाल, नानक गुरमुख उभरे, गुर सरवर सच्ची पाल। फिर अखीर च महाराज जी कहंदे मन की कठोरता, मन का विकारां च वेड़िया होना, जेकर इहदे तो तुसीं निजात चाहते हो, नानक गुरमुख उभरे, ते फिर तुहानूं सही मायनिਆਂ च गुरु सरवर च, गुरु सरोवर च अपने आप नूं धोना पेगा। जैसे भरिए हथ पैर तन दे, पानी धोतै उतर सुखे, मूत पलीती कपड़ होए, दे साबुन लइयो धोए, भरिए मत पापां कै संग, ओ धोपै नामै कै रंग। तुहानूं धोना पेगा। जिस तरह शरीर मैला हुंदा है ते असीं पानी नाल धोंदे हां, मन मैला हुंदा है ते गुरु के शब्द नाल धुपेगा। दूसरा कोई रस्ता कोई राह नहीं है। सो प्यारिओ, इन्हां दोनों श्लोकां च सच्चे पातशाह जी ने साडे ते तरस कीता है, मिरामत कीती है, कृपा कीती है कि मन जिहड़ा विकारां च डोलदा फिरदा है, उस नूं किवें आपां गुरु दे चरनां नाल जोड़ना है ते किवें आपां अपने जीवन नूं सुखाला ते आनंदमय बनाना है। आप समूह संगतां दा बहुत बहुत धन्नवाद। होईयां बेअंत बेअंत भुलां दी मुआफी। सिंह साहिब जी दा धन्नवाद, समूह प्रबंधक कमेटी दा धन्नवाद। वाहिगुरु जी का खालसा, वाहिगुरु जी की फतेह।